ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਸਮੂਹ ਦਰਸ਼ਕਾਂ ਦਾ ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ 'ਤੇ ਸਵਾਗਤ ਹੈ। ਅੱਜ ਇੱਕ ਖਾਸ ਵਿਸ਼ੇ 'ਤੇ ਆਪ ਨਾਲ ਗੱਲਬਾਤ ਕਰਾਂਗੇ। ਦੁਨੀਆ ਦੇ ਵਿੱਚ ਵੱਖ-ਵੱਖ ਸਿਧਾਂਤ ਚੱਲਦੇ ਨੇ, ਵੱਖ-ਵੱਖ ਇਜ਼ਮ ਚੱਲਦੇ ਨੇ, ਜਿਨ੍ਹਾਂ ਦੀ ਆਪਣੀ ਹੋਂਦ ਹੈ, ਆਪਣਾ ਵਿਲੱਖਣ ਪ੍ਰਭਾਵ ਹੈ। ਉਹਨਾਂ ਦੇ ਬਾਰੇ ਅਲੱਗ-ਅਲੱਗ ਧਾਰਨਾਵਾਂ ਨੇ। ਉਹਨਾਂ ਨੂੰ ਸ਼ੁਰੂ ਕਰਨ ਵਾਲੇ ਲੋਕ ਜਿਹੜੇ ਨੇ ਉਹ ਚਿੰਤਕ ਵੀ, ਬੁੱਧੀਜੀਵੀ ਵੀ ਜਾਂ ਵਿਚਾਰਕ ਵੀ ਸਾਡੇ ਲਈ ਸਤਿਕਾਰ ਦੇ ਪਾਤਰ ਨੇ। ਅਸੀਂ ਜਦੋਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਮੱਧਕਾਲੀਨ ਇਤਿਹਾਸ ਤੋਂ ਬਾਅਦ ਇੱਕ ਵੱਡੀ ਤਬਦੀਲੀ ਆਈ, ਇੱਕ ਨਵਾਂ ਦੌਰ ਸ਼ੁਰੂ ਹੋਇਆ। ਇਹ ਦੌਰ ਬੇਸ਼ੱਕ ਯੂਰਪ ਤੋਂ ਆਇਆ, ਪਰ ਉਸ ਦੇ ਜਿਹੜੇ ਬੁਨਿਆਦੀ ਰੂਪ ਦੇ ਵਿੱਚ ਪੱਖ ਨੇ ਚੇਤਨਾ ਦੇ, ਹਾਲਾਂਕਿ ਸਾਡੀਆਂ ਜੜ੍ਹਾਂ 'ਚ ਪਹਿਲਾਂ ਤੋਂ ਬੜੇ ਪਹਿਲਾਂ ਤੋਂ ਲੱਗੇ ਹੋਏ ਸਨ। ਜਦੋਂ ਅਸੀਂ ਸਿਧਾਂਤਕ ਤੌਰ 'ਤੇ ਕਿਰਤ ਕਰਨ ਦੀ, ਵੰਡ ਛਕਣ ਦੀ, ਨਾਮ ਜਪਣ ਦੀ ਗੱਲ ਕਰਦੇ ਹਾਂ, ਸਾਡੇ ਬਹੁਤ ਵੱਡੇ ਫੈਲਾਅ ਦੇ ਵਿੱਚ ਉਹ ਸਨ। ਉਹਨਾਂ ਦੇ ਨਾਲ ਹੀ ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਸਾਡੇ ਜੋ ਯੋਧੇ, ਜਿਨ੍ਹਾਂ 'ਚ ਬੰਦਾ ਸਿੰਘ ਬਹਾਦਰ ਵਰਗੇ ਲੋਕ, ਜਿਨ੍ਹਾਂ ਨੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਉਹਨਾਂ ਦੇ ਆਧਾਰ ਬਣੇ ਹੋਏ ਸਨ। ਉਹ ਇੱਕ ਪਾਸੇ ਸਾਡੇ ਕੋਲ ਉਹ ਵਿਰਾਸਤ ਸੀ, ਦੂਸਰੇ ਪਾਸੇ ਪੱਛਮੀ ਮੁਲਕਾਂ ਦੇ ਵਿੱਚ ਇੱਕ ਇਨਕਲਾਬ ਆਇਆ, ਇੱਕ ਵੱਖਰੀ ਚੇਤਨਾ ਦਾ ਆਧਾਰ ਬਣਿਆ ਜਿਹਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਉਹ ਇਤਿਹਾਸ ਜਾਂ ਉਹ ਚਿੰਤਨ ਜਿਹੜਾ ਹੈ ਸਾਡੇ ਲਈ ਵਿਚਾਰ ਦਾ ਵਿਸ਼ਾ ਹੈ ਅਤੇ ਅੱਜ ਉਸ ਦੇ ਬਾਰੇ ਗੱਲਬਾਤ ਕਰਾਂਗੇ। ਉਹ ਵਿਅਕਤੀ ਜਿਸ ਨੇ ਇਹ ਇੱਕ ਚਿਣਗ ਲਾਈ, ਉਸ ਦਾ ਨਾਂ ਸੀ ਕਾਰਲ ਮਾਰਕਸ। ਕਾਰਲ ਮਾਰਕਸ ਜਿਹੜੇ ਕਿ 5 ਮਈ 1818 ਨੂੰ ਜਨਮੇ ਅਤੇ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਲੰਮਾ ਤੈਅ ਕੀਤਾ। ਉਹਨਾਂ ਦੀਆਂ ਪੜ੍ਹਾਈ ਦੀਆਂ, ਵਿੱਦਿਆ ਦੀਆਂ, ਲੰਮੇ ਸਫ਼ਰ ਦੀਆਂ ਅਨੇਕਾਂ ਗਾਥਾਵਾਂ ਨੇ। ਕਿਵੇਂ ਜਰਮਨੀ ਤੋਂ ਸ਼ੁਰੂ ਹੋ ਕੇ ਇੰਗਲੈਂਡ ਪਹੁੰਚੇ, ਕਿਸ ਤਰ੍ਹਾਂ ਐਂਜਲ ਨੇ ਉਹਨਾਂ ਨੂੰ ਸੰਭਾਲਿਆ, ਕਿਸ ਤਰੀਕੇ ਨਾਲ ਉਹ ਯੂਨੀਵਰਸਿਟੀਆਂ 'ਚ ਸਟੱਡੀ ਕੀਤੀ। ਕਿਵੇਂ ਇਹ ਕਿਹਾ ਜਾਂਦਾ ਕਿ ਲੰਡਨ ਦੀ ਯੂਨੀਵਰਸਿਟੀ ਦੇ ਹਜ਼ਾਰਾਂ ਹੀ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਅਤੇ ਕਿਵੇਂ ਅਖੀਰ ਨੂੰ ਉਹਨਾਂ ਨੇ ਜੋ ਪੁਸਤਕ ਦਾ ਕੈਪੀਟਲ, ਜਿਸ ਦਾ ਪੂੰਜੀ ਅਨੁਵਾਦ ਹੈ, ਅਤੇ ਇਸੇ ਤਰ੍ਹਾਂ ਕਮਿਊਨਿਸਟ ਮੈਨੀਫੈਸਟੋ ਉਹ ਦਿੱਤੀਆਂ, ਜਿਹੜਾ ਕਿ ਖਜ਼ਾਨਾ ਸੀ, ਅਤੇ ਜਿਸ ਤੋਂ ਬਾਅਦ ਦੁਨੀਆ ਦੇ ਬਹੁਤ ਸਾਰੇ ਮੁਲਕ ਪ੍ਰਭਾਵਿਤ ਹੋਏ। ਉਹਨਾਂ ਦੀ ਆਪਣੀ ਲੈਗੇਸੀ, ਉਹਨਾਂ ਦਾ ਆਪਣਾ ਰੋਲ ਕੀ ਸੀ ਅਤੇ ਕਿਸ ਤਰੀਕੇ ਨਾਲ, ਕਿਸ ਸੰਦਰਭ 'ਚ ਉਹਨਾਂ ਨੇ ਕੀ ਕਿਹਾ ਸੀ। ਕਿਉਂਕਿ ਕੱਚ ਘਰੜ ਲੋਕ ਕਈ ਵਾਰ ਉਹਨਾਂ ਦੀ ਵਿਆਖਿਆ ਕਰਦੇ ਹੋਏ ਦੂਸਰੇ ਭਾਈਚਾਰਿਆਂ ਦੇ ਵਿਰੁੱਧ ਭੁਗਤਣ ਦੀ ਤਮੰਨਾ ਰੱਖਦੇ ਨੇ, ਜੋ ਕਿ ਇੱਕ ਗਲਤ ਸੋਚ ਹੈ। ਜਿਨ੍ਹਾਂ ਨੇ ਖੁਦ ਆਪ ਨਹੀਂ ਉਸ ਨੂੰ, ਉਹਨਾਂ ਦੇ ਵਾਦ ਨੂੰ ਪੜ੍ਹਿਆ, ਅਤੇ ਉਹ ਹਵਾ 'ਚ ਡਾਂਗਾ ਚਲਾਉਂਦੇ ਨੇ ਅਤੇ ਬਿਨਾਂ ਵਜ੍ਹਾ ਹੀ ਵਿਵਾਦ ਖੜ੍ਹੇ ਕਰਦੇ ਨੇ। ਜਦ ਕਿ ਜੇਕਰ ਦੇਖੀਏ ਤਾਂ ਫਲਸਫੇ ਚਿੰਤਕ ਜਿਹੜੇ ਆ, ਬਹੁਤ ਚਿੰਤਨ ਦੇ ਜਿਹੜੇ ਆ, ਇੱਕ ਦੂਜੇ ਨੂੰ ਪੂਰਕ ਬਣ ਕੇ ਅਗਾਂਹ ਤੋਰਦੇ ਨੇ, ਨਾ ਕਿ ਇੱਕ ਦੂਜੇ ਤੋਂ ਤੋੜਦੇ ਨੇ। ਸੋ ਇਸ ਨੁਕਤੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਉਹ ਕਾਰਲ ਮਾਰਕਸ ਦਾ ਕਿਹੋ ਜਿਹਾ ਸਫ਼ਰ ਸੀ, ਉਹਨਾਂ ਦਾ ਚਿੰਤਨ ਕਿਸ ਪ੍ਰਕਾਰ ਦਾ ਸੀ, ਅਤੇ ਉਸ ਨੇ ਸੰਵਾਦ ਕਿਵੇਂ ਰਜਾਇਆ, ਨਾ ਕਿ ਵਿਵਾਦ ਹੀ ਖੜਾ ਕੀਤਾ। ਅੱਜ ਜਦੋਂ ਕਾਰਲ ਮਾਰਕਸ ਦੀ ਗੱਲ ਕਰਦੇ ਹਾਂ, ਅੱਜ ਦੇ ਅਖੌਤੀ ਬੁੱਧੀਜੀਵੀਆਂ ਦੇ ਨਜ਼ਰੀਏ ਤੋਂ ਉਹ ਲੱਗਦਾ ਕਿ ਉਹ ਲੜਾਈ ਦਾ ਘਰ ਹੀ ਹੈ, ਕੋਈ ਨਾ ਕੋਈ ਨਵਾਂ ਕਲੇਸ਼ ਖੜਾ ਹੋਏਗਾ। ਜਦੋਂ ਕਿ ਉਹਨਾਂ ਨੂੰ ਤੁਸੀਂ ਪੜ੍ਹੋ ਤਾਂ ਪਤਾ ਲੱਗਦਾ ਕਿ ਇੱਕ ਨਵੇਂ ਵਿਦਵਾਨ ਅਤੇ ਚਿੰਤਨ ਦੇ ਤੌਰ 'ਤੇ ਉਹਨਾਂ ਨੇ ਬਹੁਤ ਕੁਝ ਦਿੱਤਾ। ਸੋ ਇਹ ਸਾਰੀਆਂ ਗੱਲਾਂ ਕਰਨ ਲਈ ਖੁਦ ਅਨੁਭਵੀ ਤੌਰ 'ਤੇ ਵਿਅਕਤੀ ਜਿਹੜੇ ਕਿ ਇਹਨਾਂ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਲਿਖਦੇ ਆ ਰਹੇ ਨੇ, ਅੰਗਰੇਜ਼ੀ ਮੀਡੀਆ ਦੇ ਵਿੱਚ ਵੀ, ਪੰਜਾਬੀ ਮੀਡੀਆ 'ਚ, ਸਾਡੇ ਪੱਤਰਕਾਰ ਜਰਨਲਿਸਟ ਗੁਰਪ੍ਰੀਤ ਸਿੰਘ ਸ਼ਾਮਲ ਨੇ, ਜਿਹੜੇ ਕਿ ਇਸ 'ਤੇ ਗੱਲਬਾਤ ਕਰਨਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਕਾਰਲ ਮਾਰਕਸ ਬਾਰੇ ਗੱਲਬਾਤ ਕਰਨ ਲਈ ਮੌਕਾ ਦੇਣ ਵਾਸਤੇ ਬਹੁਤ ਸ਼ੁਕਰੀਆ। ਧੰਨਵਾਦ ਜੀ। ਜਦੋਂ ਅਸੀਂ ਕਾਰਲ ਮਾਰਕਸ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਇੱਕੋ ਦਮ ਕਈ ਖਿਆਲ ਐਸੇ ਬਣਦੇ ਨੇ ਕਿ ਇੱਕ ਧਿਰ ਦੇ ਵਿੱਚ ਖੜ ਗਏ ਅਤੇ ਦੂਸਰਾ ਦੂਸਰੇ ਧਿਰ 'ਚ ਖੜ ਗਿਆ। ਸੰਵਾਦ ਦੀ ਥਾਂ 'ਤੇ ਇੱਕ ਵਿਵਾਦ ਵਾਲਾ ਮਾਹੌਲ ਬਣ ਜਾਂਦਾ ਅਤੇ ਇਉਂ ਲੱਗਦਾ ਕਿ ਇਹ ਕਿਤੇ ਨਾ ਕਿਤੇ ਕੋਈ ਨਵੀਂ ਲੜਾਈ ਹੋਏਗੀ। ਮੈਂ ਆਮ ਕਰਕੇ ਜਦੋਂ ਦੇਖਿਆ, ਕਿਉਂਕਿ ਕੱਚ ਘੜ ਕਿਸਮ ਦੀ ਸੋਚ ਹੈ ਜਿਹੜੀ, ਉਹ ਗੱਲ ਨੂੰ ਪਹੁੰਚਾਉਣ ਦੀ ਥਾਂ 'ਤੇ ਇੱਕ ਝਗੜੇ ਦਾ ਕਾਰਨ ਬਣ ਜਾਂਦੀ ਹੈ। ਪਰ ਐਕਚੁਅਲ ਉਸ ਬੰਦੇ ਦਾ ਸਫ਼ਰ ਕਿਵੇਂ ਅਤੇ ਕਿਵੇਂ ਅੱਗੇ ਚੱਲਿਆ, ਕਿੱਥੋਂ ਉਹ ਸ਼ੁਰੂ ਹੋਇਆ, ਕਿਸ ਮੁਕਾਮ 'ਤੇ ਪਹੁੰਚਿਆ, ਅਤੇ ਉਸ ਤੋਂ ਬਾਅਦ ਅਸੀਂ ਇੱਕ ਇੱਕ ਕਰਕੇ ਉਹਨਾਂ ਦੇ ਜਿਹੜੇ ਸੰਕੇਤਕ ਰੂਪ ਦੇ ਵਿੱਚ ਫਲਸਫੇ ਜੋ ਸਾਨੂੰ ਦਿੱਤੇ ਅਤੇ ਉਹਨਾਂ ਦਾ ਵਿਸਥਾਰ ਹੌਲੀ ਹੌਲੀ ਦੁਨੀਆ ਭਰ 'ਚ ਵੇਖਣ ਨੂੰ ਮਿਲਿਆ, ਉਹਨਾਂ ਦੀ ਗੱਲ ਕਰਾਂਗੇ। ਦੇਖੋ, ਗੱਲ ਅਸਲ ਹੈ ਕਿ ਪਹਿਲਾਂ ਤਾਂ ਮੈਂ ਛੋਟੀ ਜਿਹੀ ਗੱਲ ਆਪਾਂ ਇਹ ਕਰ ਲਈ ਕਿ ਕਾਰਲ ਮਾਰਕਸ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ। ਹਾਂਜੀ, ਮੈਂ ਹਮੇਸ਼ਾ ਇਹ ਮੰਨਦਾ ਕਿ ਤੁਸੀਂ ਚਾਹੇ ਕਮਿਊਨਿਸਟ ਹੋ ਚਾਹੇ ਨਾ ਹੋ, ਹਾਂਜੀ, ਪਰ ਕਾਰਲ ਮਾਰਕਸ ਦੇ ਜਿਹੜੇ ਸਿਧਾਂਤ ਨੇ, ਜਿਹੜਾ ਉਸ ਵਿੱਚ ਮਨੁੱਖਤਾਵਾਦ ਆ, ਹਾਂਜੀ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਕੱਲਾ ਇਹ ਨਹੀਂ ਕਿ ਸਿਰਫ ਉਸ ਨੂੰ ਇੱਦਾਂ ਵੇਖਿਆ ਜਾਵੇ ਕਿ ਕਮਿਊਨਿਸਟ ਲੈਂਸ ਤੋਂ ਜਾਂ ਤੁਸੀਂ ਕਮਿਊਨਿਸਟ ਨਹੀਂ ਹੋ। ਹੁਣ ਮਿਸਾਲ ਤੌਰ 'ਤੇ ਕਿ ਜਿਵੇਂ 1857 ਜਿਹੜਾ ਪਹਿਲਾ ਗਦਰ ਹੋਇਆ ਭਾਰਤ ਵਿੱਚ, ਜਿਹੜੀ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਸੀ, ਜਿਸ ਨੂੰ ਬਹੁਤ ਜ਼ਿਆਦਾ ਬਰਤਾਨਵੀਆਂ ਨੇ ਭੰਡਿਆ। ਬਰਤਾਨਵੀਆਂ ਨੇ ਉਸ ਲੜਾਈ ਦੇ ਵਿੱਚ ਜਿਹੜੇ ਲੋਕ ਨਿੱਠ ਕੇ ਸਾਹਮਣੇ ਆਏ, ਉਹਨਾਂ ਦੇ ਖਿਲਾਫ ਬਹੁਤ ਭੰਡੀ ਕੀਤੀ ਜੀ। ਮਾਰਕਸ ਉਸ ਵੇਲੇ ਨਿਊਯਾਰਕ ਡੇਲੀ ਟ੍ਰਿਬਿਊਨ ਲਈ ਲਿਖਦੇ ਹੁੰਦੇ ਸੀ, ਮਤਲਬ ਪੱਤਰਕਾਰੀ ਵੀ ਕਰਦੇ ਸੀ ਉਹ ਜੀ। ਸੋ ਉਸ ਵੇਲੇ ਉਹਨਾਂ ਨੇ ਇਸ ਦੀ ਜਿਹੜਾ ਪਹਿਲਾ ਗਦਰ ਹੋਇਆ ਉਸ ਦੀ ਸਹੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਪਹਿਲੀ ਲੜਾਈ ਆ। ਹਾਲਾਂਕਿ ਉਸ ਤੋਂ ਪਹਿਲਾਂ ਹੋਰ ਵੀ ਕੋਸ਼ਿਸ਼ਾਂ ਹੋਈਆਂ, ਪਰ ਇਹ ਤਾਂ ਕਰਕੇ ਪਹਿਲੀ ਲੜਾਈ ਮੰਨੀ ਗਈ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਪੂਰੇ ਦੇਸ਼ ਵਿੱਚ ਵੱਖਰੇ ਵੱਖਰੇ ਫਿਰਕਿਆਂ ਦੇ ਲੋਕ ਜਿਹੜੇ ਆ ਉਹ ਉੱਠ ਖੜੇ ਹੋਏ ਬਰਤਾਨਵੀ ਹਕੂਮਤ ਦੇ ਖਿਲਾਫ।
ਸੋ ਉਸ ਦੀ ਨਿਸ਼ਾਨਦੇਹੀ ਉਹਨਾਂ ਨੇ ਕੀਤੀ, ਇੱਕ ਤਰੀਕੇ ਨਾਲ ਭਾਰਤੀਆਂ ਦੀ ਉਸ ਮੌਕੇ ਤੇ ਬਾਂਹ ਫੜੀ ਜਦੋਂ ਉਹ ਬਰਤਾਨਵੀਆਂ ਦੇ ਅਧੀਨ ਸੀਗੇ ਜੀ। ਔਰ ਤੁਸੀਂ ਵੇਖੋ ਕਿ ਕਾਰਲ ਮਾਰਕਸ ਦੀ ਜ਼ਿੰਦਗੀ ਦਾ ਅਖੀਰਲਾ ਸਮਾਂ 40 ਸਾਲ ਦੇ ਕਰੀਬ ਦਾ ਸਮਾਂ ਇੰਗਲੈਂਡ ਦੀ ਧਰਤੀ ਤੇ ਗੁਜ਼ਾਰਿਆ। ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਨੇ ਕਿ ਉੱਥੇ ਬ੍ਰਿਟਿਸ਼ ਹਕੂਮਤ ਦਾ ਗੜ੍ਹ ਆ ਤੇ ਮੈਂ ਕੋਈ ਕੰਪਰੋਮਾਈਜ਼ ਕਰਾਂ, ਕਿਉਂਕਿ ਪਹਿਲਾਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਝੱਲੀਆਂ ਜੀ, ਜਿਨ੍ਹਾਂ ਹਾਲਾਤ ਵਿੱਚੋਂ ਜਰਮਨੀ 'ਚ ਉਹਨਾਂ ਨੂੰ ਫਰਾਂਸ ਜਾਣਾ ਪਿਆ, ਫਰਾਂਸ ਤੋਂ ਫਿਰ ਇੰਗਲੈਂਡ ਜਾਣਾ ਪਿਆ, ਕਿਉਂਕਿ ਉਹਨਾਂ ਦੀ ਲਿਖਤਾਂ ਬੜੀਆਂ ਬਾਗੀਆਨਾ ਕਿਸਮ ਦੀ ਸੀਗੀਆਂ, ਜਿਸ ਦੇ ਕਰਕੇ ਉਹ ਰੜਕਦੇ ਸੀ ਸਰਕਾਰ ਨੂੰ। ਹਰ ਵਾਰੀ ਉਹਨਾਂ ਨੂੰ ਤੰਗੀ ਤੁਰਸ਼ੀ ਆਈ, ਉਸ ਦੇ ਕਰਕੇ ਉਹਨਾਂ ਨੂੰ ਇੰਗਲੈਂਡ ਜਾ ਕੇ ਅਖੀਰ 'ਚ ਆਪਣੇ ਜ਼ਿੰਦਗੀ ਦੇ ਅਖੀਰਲੇ ਸਾਲ ਗੁਜ਼ਾਰਨੇ ਪਏ। ਉੱਥੇ ਉਹਨਾਂ ਨੇ ਕੋਈ ਲਿਹਾਜ਼ ਨਹੀਂ ਕੀਤਾ ਬਰਤਾਨਵੀ ਹਕੂਮਤ ਨਾਲ, ਬਸਤੀਵਾਦ ਦੇ ਖਿਲਾਫ ਉਹ ਡਟ ਕੇ ਲਿਖਦੇ ਰਹੇ। ਸੋ ਮੈਂ ਕਹਿਣਾ ਚਾਹ ਰਿਹਾ ਕਿ ਜਿਹੜੇ ਭਾਰਤੀ ਅੱਜ ਉੱਥੇ ਵੇਖਦੇ ਆ, ਜਿਹੜਾ ਮਾਹੌਲ ਬਣਿਆ ਹੋਇਆ, ਸਾਵਰਕਰ ਵਰਗੇ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਿਸਦਾ ਆਜ਼ਾਦੀ ਲੜਾਈ 'ਚ ਕੋਈ ਹਿੱਸਾ ਹੀ ਨਹੀਂ ਸੀਗਾ। ਗਾਂਧੀ ਕਤਲ ਕੇਸ 'ਚ ਹੱਥ ਸੀ, ਉਲਟਾ ਆਜ਼ਾਦੀ ਲੜਾਈ ਨੂੰ ਪਿੱਠ ਦਿੱਤੀ ਉਸ ਵਿਅਕਤੀ ਨੇ। 57 ਦੇ ਗਦਰ ਬਾਰੇ ਉਸਨੇ ਇੱਕ ਕਿਤਾਬ ਲਿਖੀ ਸੀ ਕਿਸੇ ਵੇਲੇ, ਪਰ ਬਾਅਦ ਜਦੋਂ ਉਸ ਨੂੰ ਅੰਡੇਮਾਨ ਨਿਕੋਬਾਰ ਜਾਣਾ ਪਿਆ, ਉੱਥੇ ਜਾ ਕੇ ਉਹਦੀ ਜਿਹਨੂੰ ਕਹਿੰਦੇ ਕਿ ਬਿਲਕੁਲ ਹੀ ਫੂਕ ਨਿਕਲ ਗਈ, ਮਿੰਨਤਾਂ ਤਰਲੇ ਕਰਕੇ ਬਾਹਰ ਆਇਆ। ਅੱਜ ਉਸ ਨੂੰ ਵੱਡਾ ਮਹਾਨ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਦੋਂ ਕਿ ਉਸ ਦੇ ਟੱਕਰ ਤੇ ਕਾਰਲ ਮਾਰਕਸ ਨੇ ਹਿੰਦੁਸਤਾਨੀ ਲੋਕਾਂ ਦੀ ਦਰਦ ਨੂੰ ਸਮਝਦੇ ਉਹਨਾਂ ਦੀ ਬਾਂਹ ਫੜੀ ਹੈ। ਸੋ ਹਿੰਦੁਸਤਾਨੀ ਨੂੰ ਵੈਸੇ ਹੀ ਰੀਣੀ ਹੋਣਾ ਚਾਹੀਦਾ ਮਾਰਕਸ ਦਾ ਕਿ ਉਸ ਮੌਕੇ ਤੇ ਇਹੋ ਜਿਹੇ ਦਾਰਸ਼ਨਿਕ ਨੇ, ਐਡੇ ਵੱਡੇ ਕੱਦ ਵਾਲੇ ਨੇ, ਸਾਡੇ ਜਿਹੜੇ ਬਜ਼ੁਰਗਾਂ ਨੇ ਲੜਾਈ ਲੜੀ ਉਸ ਦੀ ਸਹੀ ਨਿਸ਼ਾਨਦੇਹੀ ਕੀਤੀ। ਸੋ ਮੈਂ ਇਸ ਤਰ੍ਹਾਂ ਲੈਣਾ ਕਿ ਤੁਸੀਂ ਕਮਿਊਨਿਸਟ ਨਹੀਂ ਵੀ ਹੋ ਜੀ, ਬਿਲਕੁਲ, ਤੇ ਇੱਕ ਤੁਹਾਨੂੰ ਵੈਸੇ ਸਮਝ ਹੋਣੀ ਚਾਹੀਦੀ ਇਸ ਗੱਲ ਦੀ। ਬਿਲਕੁਲ। ਹੁਣ ਅਗਲਾ ਗੱਲ ਆ ਗਈ ਕਿ ਕਾਰਲ ਮਾਰਕਸ ਦਾ ਖੁਦ ਦਾ ਜਿਹੜਾ ਦਰਸ਼ਨ ਸੀ ਜਾਂ ਵਿਚਾਰ ਸੀ ਉਹ ਕੀ ਸੀਗੇ। ਦੇਖੋ, ਜਦੋਂ ਕਹਿੰਦੇ ਕਿ ਵੀ ਕਾਣੀ ਵੰਡ ਦੇ ਖਿਲਾਫ ਉਹ ਖੜੇ ਹੋਏ, ਸਮਾਜਿਕ ਨਾ ਬਰਾਬਰੀ ਦੇ ਖਿਲਾਫ ਖੜੇ ਹੋਏ, ਨਸਲਵਾਦ ਦੇ ਖਿਲਾਫ ਖੜੇ ਹੋਏ, ਦੁਨੀਆ ਭਰ 'ਚ ਜਿੱਥੇ ਜਿੱਥੇ ਬਸਤੀਵਾਦ ਦੇ ਖਿਲਾਫ ਉਹ ਖੜੇ ਹੋਏ, ਸੋ ਉਸ ਦੇ ਵਿੱਚ ਮਨੁੱਖਤਾਵਾਦ ਕਿਤੇ ਨਾ ਕਿਤੇ ਨਜ਼ਰ ਆ ਰਿਹਾ। ਉਸ ਵਿੱਚ ਤੁਸੀਂ ਅਗਾਂਹ ਸਮਾਜਵਾਦ ਨਾਲ ਤੁਰਨਾ, ਸਿੱਧੇ ਰੂਪ 'ਚ ਨਹੀਂ ਤੁਰਨਾ, ਉਹ ਤੁਹਾਡੀ ਚੋਣ ਆ। ਬਿਲਕੁਲ। ਪਰ ਜਿਹੜਾ ਯੋਗਦਾਨ ਉਸਨੇ ਪਾਇਆ, ਔਰ ਤੁਸੀਂ ਵੇਖ ਲਓ ਕਿ ਗੁਰਬਤ ਦੇ ਦਿਨ ਵੀ ਉਸਨੇ ਵੇਖੇ। ਤੁਸੀਂ ਐਂਜਲਸ ਦਾ ਜ਼ਿਕਰ ਕੀਤਾ, ਬੜਾ ਵਧੀਆ, ਕਿਉਂਕਿ ਉਸਦੇ ਸਾਥ ਤੋਂ ਬਿਨਾਂ ਇਹ ਕੰਮ ਨਹੀਂ ਸੀ ਹੋਣਾ। ਉਸ ਦਾ ਸਾਥ ਸੀਗਾ, ਉਸ ਦੇ ਕਰਕੇ ਉਸਦਾ ਰੋਟੀ ਪਾਣੀ ਚੱਲਦਾ ਰਿਹਾ, ਲਿਖਣ ਪੜ੍ਹਨ ਦਾ ਕੰਮ ਚੱਲਦਾ ਰਿਹਾ। ਪਰ ਉਸਨੇ ਸਾਰੀ ਜ਼ਿੰਦਗੀ ਆਪਣੀ ਸਿਰਫ ਇਸੇ ਪਾਸੇ ਲਾਈ ਕਿ ਮੈਂ ਦੁਨੀਆ ਨੂੰ ਦਰਸ਼ਨ ਦੇ ਕੇ ਜਾਵਾਂ, ਆਉਣ ਵਾਲੀ ਨਸਲਾਂ ਲਈ ਕੋਈ ਨਵਾਂ ਨਜ਼ਰੀਆ ਦੇ ਕੇ ਗਿਆ, ਜਿਸ ਦੇ ਵਿੱਚ ਸਾਡੇ ਕੋਲ ਕਈ ਸਮਝਣ ਵਾਲੀਆਂ ਗੱਲਾਂ ਨੇ ਕਿ ਕਿਵੇਂ ਨਾ ਬਰਾਬਰੀ ਖਤਮ ਕਰਨੀ ਹੈ, ਕਿਵੇਂ ਇੱਕ ਵਧੀਆ ਸਮਾਜ ਸਿਰਜਣਾ। ਬਿਲਕੁਲ। ਸੋ ਇਸ ਗੱਲ ਨੂੰ ਪਹਿਲਾਂ ਉਸ ਦਾ ਸਤਿਕਾਰ ਦੇ ਤੌਰ ਤੇ ਇਹ ਵੇਖਣਾ ਜ਼ਰੂਰੀ ਹੈ। ਸਮਾਜਵਾਦ ਜਿਹੜਾ ਹੈ ਅੱਜ ਦੀ ਤਰੀਕ ਵਿੱਚ, ਮੈਂ ਤੁਹਾਨੂੰ 2 ਮਿਸਾਲਾਂ ਦੇਣੀਆਂ ਚਾਹੁੰਦਾ। ਜੋ ਪਿੱਛੇ ਇੱਕ ਵੱਡਾ ਬੰਦਵਾੜਾ ਆਇਆ ਸੀ, ਉਦੋਂ ਵੀ ਕਾਰਲ ਮਾਰਕਸ ਦਾ ਦਰਸ਼ਨ ਇੱਕ ਵਾਰੀ ਮਕਬੂਲ ਹੋ ਗਿਆ ਸੀ। ਅੱਜ ਕੋਵਿਡ-19 ਵੇਲੇ ਵੀ ਇਹ ਗੱਲ ਹੋ ਰਹੀ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਉਸ ਦੇ ਕੋਲ ਹੱਲ ਹੈ। ਪੂੰਜੀਵਾਦ ਫੇਲ ਹੋਇਆ, ਪੂੰਜੀਵਾਦ ਦਾ ਲੱਕ ਟੁੱਟ ਗਿਆ ਇਸ ਸੰਕਟ ਦੇ ਵਿੱਚ। ਪੂੰਜੀਵਾਦ ਕਿਉਂ ਪੈਦਾ ਹੁੰਦਾ, ਪੂੰਜੀਵਾਦ ਦੀਆਂ ਕੀ ਦਿੱਕਤਾਂ ਨੇ, ਉਹ ਮਾਰਕਸ ਨੇ ਨਿਸ਼ਾਨਦੇਹੀ ਬਹੁਤ ਪਹਿਲਾਂ ਕੀਤੀ ਸੀ। ਸੋ ਕਿਧਰੇ ਨਾ ਕਿਧਰੇ ਇਸ ਗੱਲ ਦੀ ਗੁੰਜਾਇਸ਼ ਹੈ ਕਿ ਇੱਕ ਵਧੀਆ ਸਮਾਜ ਸਿਰਜਿਆ ਜਾਵੇ। ਜਦੋਂ ਤੱਕ ਸਰਕਾਰਾਂ ਲੋਕਾਂ ਨੂੰ ਕੁਝ ਨਹੀਂ ਦੇਣਗੀਆਂ, ਸਰਕਾਰਾਂ ਜ਼ਿੰਮੇਵਾਰੀ ਨਹੀਂ ਲੈਣਗੀਆਂ ਆਪਣੇ ਹੱਥ 'ਚ ਕਿ ਅਸੀਂ ਲੋਕਾਂ ਨੂੰ ਪਬਲਿਕ ਸਰਵਿਸ ਦੇਣੀ ਆ, ਮਸਲਾ ਨਹੀਂ ਹੱਲ ਹੋਣ ਲੱਗਾ। ਤੁਸੀਂ ਜੇ ਮੁਨਾਫਾਖੋਰਾਂ ਦੇ ਹੱਥ 'ਚ ਸਾਰਾ ਪ੍ਰਬੰਧ ਦਿਓਗੇ ਤੇ ਇਹੋ ਜਿਹੇ ਲੱਛਣ ਵੇਖਣ ਨੂੰ ਮਿਲਣਗੇ ਜਿਹੜੇ ਅੱਜ ਵੇਖਣ ਨੂੰ ਮਿਲ ਰਹੇ ਨੇ। ਸੋ ਤਾਂ ਕਰਕੇ ਮਾਰਕਸ ਨੂੰ ਸਮਝਣਾ, ਉਸ ਤੋਂ ਪ੍ਰੇਰਣਾ ਲੈਣਾ ਇੱਕ ਜ਼ਰੂਰੀ ਫਰਜ਼ ਸਾਡਾ ਬਣਦਾ। ਤੁਸੀਂ ਸਮਾਜਵਾਦੀ ਬਣਨਾ ਨਹੀਂ ਬਣਨਾ, ਇਹ ਤੁਹਾਡੀ ਚੋਣ ਆ। ਜੇ ਇਹਨਾਂ ਦੇ ਆਰੰਭਿਕ ਜੀਵਨ ਦੀ ਗੱਲ ਕਰੀਏ ਤਾਂ ਇਹ ਸੱਚ ਹੈ ਕਿ ਇਹਨਾਂ ਦਾ ਜਨਮ ਬੇਸ਼ੱਕ ਇੱਕ ਜੋਇਸ਼ ਪਰਿਵਾਰ 'ਚ ਹੋਇਆ, ਪਰ ਪਿਤਾ ਨੇ ਬਾਅਦ 'ਚ ਕ੍ਰਿਸਚੈਨਿਟੀ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਰਿਹਾ ਸੀ, ਤੇ ਇਹਨਾਂ ਨੇ ਦੋਨਾਂ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਜਿਹੜਾ ਇੰਡੀਵਿਜੂਅਲ ਪਹੁੰਚ ਰੱਖੀ, ਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਮਾਹੌਲ ਦਾ ਜਿਹੜਾ ਬੰਦਿਸ਼ ਕਬੂਲ ਨਹੀਂ ਸੀ। ਸੋ ਉਸ ਵੇਲੇ ਇਹਨਾਂ ਦਾ ਜਿਹੜਾ ਜਿੰਨੀਆਂ ਤਕਲੀਫਾਂ ਹੋਈਆਂ, ਈਵਨ ਇਸ ਦਾ ਨਤੀਜਾ ਉਹਨਾਂ ਦੇ ਪਰਿਵਾਰ ਨੂੰ ਵੀ ਭੁਗਤਣਾ ਪਿਆ, ਸਾਰੇ ਨੂੰ ਝੱਲਣਾ ਪਿਆ। ਉਸ ਸਮੇਂ ਜੋ ਸਿਸਟਮ ਸੀ ਉਸ ਵੇਲੇ ਜਰਮਨੀ ਦਾ, ਜਿਸ ਕਿਸਮ ਦਾ ਰਾਜ ਸੀ, ਤੇ ਰਾਜ ਦੇ ਵਿੱਚ ਇਹਨਾਂ ਦੀ ਬਾਗੀ ਸੁਰ ਪੈਦਾ ਹੋਈ, ਉਹ ਸਾਰੇ ਨੂੰ ਮੁੱਢਲੇ ਰੂਪ ਦੇ ਵਿੱਚ ਕਿਵੇਂ ਤੁਸੀਂ ਦੇਖਦੇ ਹੋ, ਸਾਂਝਾ ਕਰੋ। ਦੇਖੋ, ਮੈਨੂੰ ਮੌਕਾ ਮਿਲਿਆ ਟ੍ਰੀਅਰ ਜਾਣ ਦਾ, ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜੀ। ਉਹ ਹੁਣ ਅਜਾਇਬ ਘਰ ਹੈ, ਬਹੁਤ ਵਧੀਆ, ਔਰ ਅਜੇ ਵੀ ਹਜ਼ਾਰਾਂ ਦੀ ਤਾਦਾਦ 'ਚ ਲੋਕ ਜਾਂਦੇ ਉੱਥੇ। ਠੀਕ। ਜਰਮਨੀ ਵਿੱਚ ਟ੍ਰੀਅਰ ਛੋਟਾ ਜਿਹਾ ਸ਼ਹਿਰ ਜੀ। ਸੋ ਉੱਥੇ ਜਦੋਂ ਮੈਂ ਗਿਆ ਤੇ ਮੈਂ ਵੇਖਿਆ ਕਿ ਮਾਰਕਸ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ ਉੱਥੇ। ਲੋਕ ਹਜ਼ਾਰਾਂ ਦੀ ਤਾਦਾਦ 'ਚ ਰੋਜ਼ਾਨਾ ਉੱਥੇ ਆਉਂਦੇ। ਬਹੁਤ ਵਧੀਆ ਤਰੀਕੇ ਨਾਲ ਉਹ ਘਰ ਉੱਦਾਂ ਸਾਂਭ ਕੇ ਰੱਖਿਆ ਉਹਨਾਂ ਨੇ। ਸੋ ਉਸ 'ਚ ਉਹਨਾਂ ਦੀਆਂ ਦੁਰਲਭ ਵਸਤੂਆਂ ਵੀ ਪਈਆਂ ਹੋਈਆਂ, ਚੀਜ਼ਾਂ ਉਹਨਾਂ ਦੀਆਂ, ਇੱਕ ਕੁਰਸੀ ਜਿੱਤੇ ਬੈਠਦੇ ਹੁੰਦੇ ਸੀ। ਸੋ ਕਾਰਲ ਮਾਰਕਸ ਦਾ ਜਿਹੜਾ ਜਦੋਂ ਜਿਹੜੇ ਹਾਲਾਤ 'ਚ ਜਨਮ ਹੋਇਆ, ਮਤਲਬ ਠੀਕ ਠਾਕ ਜਿਹਾ ਖਾਂਦਾ ਪੀਂਦਾ ਪਰਿਵਾਰ ਸੀਗਾ, ਮੱਧ ਵਰਗੀ ਪਰਿਵਾਰ ਜੀ। ਸੋ ਉਹਨਾਂ ਦੇ ਪਿਤਾ ਜੀ ਵੀ ਤੁਸੀਂ ਕਿਹਾ ਯਹੂਦੀ ਸੀਗੇ। ਬਾਅਦ 'ਚ ਹੋਇਆ ਕਿ ਯਹੂਦੀਆਂ ਦੇ ਖਿਲਾਫ ਲੰਬੇ ਸਮੇਂ ਤੋਂ ਜਰਮਨੀ ਦੇ ਵਿੱਚ ਇੱਕ ਨਫ਼ਰਤ ਦਾ ਮਾਹੌਲ ਰਿਹਾ ਜੀ। ਸੋ ਕਿਧਰੇ ਨਾ ਕਿਧਰੇ ਉਹ ਵਜ੍ਹਾ ਬਣੀ ਕਿ ਉਹਨਾਂ ਨੂੰ ਕ੍ਰਿਸਚੈਨਿਟੀ ਤਬਦੀਲ ਹੋਏ। ਸੋ ਮੈਂ ਸਮਝਦਾ ਇੱਥੇ ਕਿਤੇ ਨਾ ਕਿਤੇ ਬਾਲ ਜਿਹੜਾ ਕਾਰਲ ਮਾਰਕਸ ਦੇ ਮਨ 'ਚ ਸ਼ਾਇਦ ਸਵਾਲ ਆਏ ਹੋਣਗੇ। ਸਾਡੇ ਕੋਲ ਤਾਂ ਕੋਈ ਪ੍ਰਮਾਣ ਨਹੀਂ ਇਸ ਗੱਲ ਦਾ,
ਮੈਂ ਅੰਦਾਜ਼ਾ ਲਾ ਰਿਹਾ ਕਿਉਂਕਿ ਹਰ ਚੀਜ਼ ਜਿਹੜੀਆਂ ਘਟਨਾਵਾਂ ਹੁੰਦੀਆਂ ਇਹੀ ਤੁਹਾਨੂੰ ਸ਼ੇਪ ਕਰਦੀਆਂ, এনवायरमेंट ਬਣਾਉਂਦੀਆਂ। ਤਾਂ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਮਹਿਸੂਸ ਕੀਤਾ ਹੋਊਗਾ ਕਿ ਨਸਲਵਾਦ ਜਾਂ ਘਿਰਨਾ ਜਾਂ ਨਫ਼ਰਤ ਕਿਸ ਤਰ੍ਹਾਂ ਦੀ ਹੈ, ਕਿ ਧਰਮ ਕਰਕੇ ਤੰਗ ਨਜ਼ਰੀਆ ਕਿਵੇਂ ਪੈਦਾ ਹੁੰਦਾ। ਸੋ ਇਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਅਨੁਭਵ ਕਿਤੇ ਨਾ ਕਿਤੇ ਸ਼ੁਰੂ 'ਚ ਹੀ ਲੈ ਲਿਆ ਜੀ। ਸੋ ਬਾਅਦ ਜਦੋਂ ਕਾਰਲ ਮਾਰਕਸ ਜਦੋਂ ਵੱਡੇ ਹੋਏ, ਰੁਚੀ ਉਹਨਾਂ ਦੀ ਲਾਅ ਪੜ੍ਹਨ ਦੀ ਸੀਗੀ, ਮਾਫ ਕਰਨਾ, ਰੁਚੀ ਉਹਨਾਂ ਦੀ ਸੀਗੀ ਦਰਸ਼ਨ ਪੜ੍ਹਨ ਦੀ ਜਾਂ ਫਿਲਾਸਫੀ, ਪਰ ਪਿਤਾ ਜੀ ਚਾਹੁੰਦੇ ਸੀ ਕਿ ਲਾਅ ਕਰਨ। ਖੈਰ ਉਹਦੇ ਬਾਅਦ ਕੀ ਹੋਇਆ ਕਿ ਉਹਨਾਂ ਦੀ ਜਵਾਨੀ ਵੇਲੇ ਹੀ ਰੁਚੀਆਂ ਇਹੋ ਜਿਹੀ ਸੀਗੀਆਂ ਜਿਸ ਦੇ ਕਰਕੇ ਉਹ ਇਨਕਲਾਬੀ ਜਿਹੜੇ ਪਰਚੇ ਜਾਂ ਇਸ ਤਰ੍ਹਾਂ ਲਿਖਣ ਦਾ ਰੁਝਾਨ ਉਹਨਾਂ ਦਾ ਬਣ ਗਿਆ, ਜਿਹਦੇ ਕਰਕੇ ਉਹ ਸਰਕਾਰ ਦੀ ਨਜ਼ਰਾਂ ਵਿੱਚ ਆ ਗਏ। ਉਹਨਾਂ ਨੂੰ ਉੱਥੋਂ ਹਿਜਰਤ ਕਰਨੀ ਪਈ। ਫਰਾਂਸ ਵਿੱਚ ਜਦੋਂ ਗਾ ਕੇ ਕੰਮ ਕੀਤਾ, ਉੱਥੇ ਵੀ ਟਿਕਟਿਕਾ ਬਹੁਤ ਇਧਰ ਨਹੀਂ ਚੱਲਿਆ। ਉੱਥੇ ਵੀ ਉਹਨਾਂ ਦੀ ਇਹਨਾਂ ਰੁਚੀਆਂ ਕਰਕੇ ਉਹਨਾਂ ਨੂੰ ਫਿਰ ਇੱਕ ਵਾਰੀ ਉੱਥੋਂ ਪੈਰ ਪੁੱਟਣੇ ਪਏ ਜੀ। ਅਖੀਰ 'ਚ ਉਹਨਾਂ ਨੇ ਜਿਹੜਾ ਬਹੁਤਾ ਸਮਾਂ ਇੰਗਲੈਂਡ ਜਾ ਕੇ ਗੁਜ਼ਾਰਿਆ ਆਪਣਾ ਜੀ। ਉੱਥੇ ਪੜ੍ਹਨ ਲਿਖਣ 'ਤੇ ਜ਼ੋਰ ਦਿੱਤਾ, ਲਾਇਬ੍ਰੇਰੀ 'ਚ ਬਹੁਤਾ ਸਮਾਂ ਆਪਣਾ ਬਤੀਤ ਕਰਦੇ ਸੀ। ਉਹ ਬੇਸਿਕਲੀ ਇਹੀ ਲੱਭਦੇ ਸੀ ਕਿ ਕਿਸ ਤਰੀਕੇ ਨਾਲ ਆਪਾਂ ਇਹ ਵੇਖੀਏ ਜੋ ਇਹ ਪੂੰਜੀਵਾਦ ਹੈ, ਇਹਦੀ ਕਾਟ ਕਿਵੇਂ ਲਾਈ ਜਾਵੇ, ਇਸ ਦਾ ਹੱਲ ਕੀ ਹੈ, ਤੋੜ ਕੀ ਇਸ ਚੀਜ਼ ਦਾ ਜੀ ਜੀ। ਸੋ ਉਹ ਚਿੰਤਾ ਸੀ ਉਹਨਾਂ ਦੇ ਮਨ 'ਚ ਕਿ ਜਿਹੜੀ ਇਹ ਨਾ ਬਰਾਬਰੀ ਮੈਂ ਵੇਖ ਰਹੇ ਹਾਂ ਜੀ ਜੀ, ਕਿਉਂਕਿ ਪੂੰਜੀਵਾਦ ਦੀ ਜੜ ਕੀ ਕਿ ਤੁਸੀਂ ਜਮਾਖੋਰੀ ਕਰਦੇ ਹੋ। ਬਿਲਕੁਲ, ਜਦੋਂ ਤੁਸੀਂ ਆਪਣਾ ਚੀਜ਼ਾਂ ਬਣਾ ਕੇ ਜਮ੍ਹਾਂ ਕਰ ਲੈਂਦੇ ਹੋ, ਬਾਅਦ 'ਚ ਸੰਕਟ ਆਉਂਦਾ ਤੇ ਉਹ ਚੀਜ਼ਾਂ ਜਿਹੜੀਆਂ ਜ਼ਾਇਆ ਹੁੰਦੀਆਂ ਤੇ ਤੁਹਾਡੀ ਜਿਹੜੀ ਲੁੱਟ ਹੈ ਉਹ ਵੱਧ ਜਾਂਦੀ ਹੈ। ਇਹਨਾਂ ਗੱਲਾਂ ਦੇ ਅਰਥ ਲੱਭਣ ਤੇ ਉਹਨਾਂ ਨੇ ਪੂਰਾ ਸਮਾਂ ਆਪਣਾ ਲਾ ਦਿੱਤਾ, ਪਰ ਅਖੀਰ 'ਚ ਫਾਇਦਾ ਤਾਂ ਮਨੁੱਖਤਾ ਦਾ ਹੀ ਕੀਤਾ ਉਹਨਾਂ ਨੇ। ਇਹ ਜਿਹੜੀ ਗੱਲ ਸਮਝਣਾ, ਕੋਈ ਸ਼ੱਕ ਨਹੀਂ। ਇਹਦੇ 'ਚ ਇੱਕ ਗੱਲ ਬੜੀ ਰੌਚਕ ਹੈ ਕਿ ਜਿਹੜੇ ਬੰਦੇ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਅਧੂਰਾ ਗਿਆਨ ਲੈ ਕੇ ਜਦੋਂ ਗੱਲਬਾਤ ਕਰਦੇ ਆ ਤਾਂ ਉਹ ਇੱਕ ਖਤਰਨਾਕ ਮਾਹੌਲ ਹੈ, ਕਹਿੰਦੇ ਨੀਮ ਹਕੀਮ ਖਤਰਾ ਹੈ ਜਾਨ। ਉਹ ਕਈ ਵਾਰ ਮੁਸ਼ਕਲਾਂ ਹੋਰ ਖੜੀਆਂ ਕਰ ਦਿੰਦੇ ਆ। ਉਹ ਤਾਂ ਨਾ ਤਾਂ ਉਹਨੇ ਮਾਰਕਸ ਨੂੰ ਸਮਝਿਆ, ਨਾ ਫਿਰ ਇਸ ਤੋਂ ਇਲਾਵਾ ਜਿਹੜਾ ਅਧਿਆਤਮਵਾਦ ਆ ਉਹਨੂੰ ਸਮਝਿਆ। ਸੋ ਇੱਕ ਨਵਾਂ ਵਿਵਾਦ ਖੜਾ ਕਰਤਾ। ਪਰ ਮੈਂ ਜਦੋਂ ਦੇਖਦਾ ਇੱਥੇ ਆ ਕੇ, ਮੈਂ 1 ਮਿੰਟ ਲਈ ਰੁਕਦਾ ਕਿ ਜਦੋਂ ਐਂਜਲ ਨੇ ਇੰਗਲੈਂਡ ਦੇ ਵਿੱਚ ਉਹਨੂੰ ਸਾਂਭਿਆ, ਉਹ ਬੰਦਾ ਬੇਸ਼ੱਕ ਉਹਦਾ ਪਿਛੋਕੜ ਵੀ ਰਾਜਿਆਂ ਵਾਲਾ, ਬੇਸ਼ੱਕ ਉਹ ਆਰਥਿਕ ਤੌਰ ਤੇ ਵੀ ਸੰਪੰਨ ਅਮੀਰ ਬੰਦਾ, ਕੀ ਅਸੀਂ ਜਦੋਂ ਕਾਣੀ ਵੰਡ ਦੀ ਗੱਲ ਕਰਦੇ ਹਾਂ, ਕਾਣੀ ਵੰਡ ਇੱਕ ਜਿਹੜਾ ਪੂੰਜੀਵਾਦੀ ਸੋਚ ਵਾਲਾ, ਜਿਹਦੇ ਕੋਲੇ ਆਰਥਿਕ ਤੌਰ ਤੇ ਬਹੁਤ ਆ ਪੂੰਜੀ, ਉਹਦਾ ਕਰਦੇ ਕਈ ਵਾਰ ਉਹਦੇ ਖਿਲਾਫ ਲੜਨ ਵਾਲਾ ਵੀ ਇਸ ਨੂੰ ਸਹੀ ਨਹੀਂ ਸਮਝ ਸਕਦਾ। ਕਾਰਲ ਮਾਰਕਸ ਸ਼ਾਇਦ ਅੱਜ ਦੁਨੀਆ ਦੀ ਨਜ਼ਰ ਦੇ ਵਿੱਚ ਇਸ ਮੁਕਾਮ ਤੇ ਨਾ ਪਹੁੰਚਦੇ ਜੇਕਰ ਐਂਜਲ ਉਹਨਾਂ ਨੂੰ ਹਰ ਤਰ੍ਹਾਂ ਹਰ ਕਦਮ ਤੇ ਉਹਨਾਂ ਦਾ ਸਾਥ ਨਾ ਦਿੰਦੇ, ਆਪਣਾ ਇਹ ਜਾਣਦੇ ਹੋਏ ਕਿ ਮੇਰੀਆਂ ਰੁਚੀਆਂ ਧਾਰਮਿਕ ਵੀ ਨੇ, ਜਾਣਦੇ ਹੋਏ ਕਿ ਰਾਜੇ ਵਾਲਾ ਪਿਛੋਕੜ ਵੀ ਹੈ, ਜਾਣਦੇ ਹੋਏ ਕਿ ਆਰਥਿਕ ਤੌਰ ਤੇ ਵੀ ਹੈ, ਜੇ ਉਹਨਾਂ ਦੀ ਮਿੱਤਰਤਾ ਕਾਇਮ ਹੋ ਸਕਦੀ ਹੈ ਤੇ ਉਹਨਾਂ ਦੀ ਪੂੰਜੀ ਮਨੁੱਖਤਾ ਵਾਸਤੇ ਐਂਜਲ ਦੀ ਲੱਗ ਸਕਦੀ ਹੈ, ਤਾਂ ਫਿਰ ਅੱਜ ਕੀ ਸਮੱਸਿਆ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਪੂਰਕ ਦੇ ਤੌਰ ਤੇ ਮਨੁੱਖਤਾ ਦੇ ਵਾਸਤੇ ਵਰਤਣ ਦੀ ਗੱਲ ਨਹੀਂ ਕਰਦੇ, ਕੇਵਲ ਤੇ ਕੇਵਲ ਦਾਇਰੇ ਖੜੇ ਕਰ ਰਹੇ ਨੇ, ਉਹਨਾਂ ਨੂੰ ਕੀ ਸੇਧ ਮਿਲ ਸਕਦੀ ਹੈ? ਦੇਖੋ, ਗੱਲ ਅਸਲਾਂਗੇ ਇੱਕ ਬੜੀ ਖੂਬਸੂਰਤ ਕਹਾਣੀ ਆ ਵੀ ਵਾਲੀ ਕਿ ਜਿਹੜੀ ਐਂਜਲਸ ਉਹਨਾਂ ਦਾ ਰਿਸ਼ਤਾ, ਪਿੱਛੇ ਇੱਕ ਫਿਲਮ ਵੀ ਆਈ ਸੀ ਕਿ ਯੰਗ ਕਾਰਲ ਮਾਰਕਸ, ਜਿਹੜੀ ਉਹਦੇ ਨੌਜਵਾਨ ਜਿਹੜੀ ਅਵਸਥਾ ਦੇ ਬਾਰੇ ਫਿਲਮ ਹੈ ਜੀ, ਕਿ ਉਹ ਕਿਸ ਤਰ੍ਹਾਂ ਉਹ ਜਵਾਨੀ 'ਚ ਪੈਰ ਧਰਿਆ ਔਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ। ਐਂਜਲਸ ਦਾ ਜਿਹੜਾ ਰੋਲ ਉਸ ਵਿੱਚ ਬੜਾ ਵਧੀਆ ਪੇਸ਼ ਕੀਤਾ ਗਿਆ ਜੀ। ਐਂਜਲਸ ਦੀ ਮਦਦ ਤੋਂ ਬਿਨਾਂ ਕਾਰਲ ਮਾਰਕਸ ਲਈ ਬਹੁਤ ਮੁਸ਼ਕਿਲ ਹੋਣਾ ਸੀ ਜੀ। ਐਂਜਲਸ ਇੱਕ ਗੱਲੋਂ ਪ੍ਰਭਾਵਿਤ ਹੋਇਆ ਕਿ ਕਾਰਲ ਮਾਰਕਸ ਨੇ ਕਿਵੇਂ ਜਿਹੜੇ ਫੈਕਟਰੀਆਂ ਦੇ ਮਜ਼ਦੂਰਾਂ ਦੇ ਨਾਲ ਜੋ ਕੁਝ ਵੀ ਹੋ ਰਿਹਾ ਉਸ ਨੂੰ ਸਮਝ ਕੇ ਕਲਮਬੰਦ ਕੀਤਾ ਸਾਰੇ ਤਜਰਬਿਆਂ ਨੂੰ, ਜੋ ਕੁਝ ਵੇਖਿਆ। ਸੋ ਉਸ ਦਾ ਕਾਫੀ ਪ੍ਰਭਾਵ ਸੀ ਇਸ ਗੱਲ ਤੇ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮਨੁੱਖਤਾ ਲਈ ਦਿਲ ਧੜਕਦਾ ਸੀ। ਬਿਲਕੁਲ ਸਹੀ, ਚਾਹੇ ਉਹ ਰੱਜੇ ਪੁੱਜੇ ਘਰੋਂ ਆਇਆ ਸੀ। ਹਾਂ, ਇਹ ਜਜ਼ਬਾ ਸੀ ਉਹਦੇ 'ਚ। ਬਿਲਕੁਲ ਅਫਸੋਸ ਦੀ ਗੱਲ ਹੈ ਕਿ ਸਾਡੇ ਕੋਲ ਉਸ ਤਰ੍ਹਾਂ ਸੰਵਾਦ ਹੈ ਨਹੀਂ, ਉਸ ਤਰ੍ਹਾਂ ਦਾ ਹੋ ਨਹੀਂ ਰਿਹਾ। ਹਾਲਾਂਕਿ ਵੇਖੋ, ਸਾਡੇ ਕੋਲ ਮਿਸਾਲਾਂ ਹੋਰ ਵੀ ਨੇ, ਜਿਹੜੇ ਕਈ ਹੁਣ ਦੇ ਵੀ ਸਮਿਆਂ ਦੇ ਵਿੱਚ ਕਮਿਊਨਿਸਟ ਲੀਡਰਾਂ ਦੀ ਗੱਲ ਕਰੀਏ, ਉਹ ਵੀ ਖਾਂਦੇ ਪੀਂਦੇ ਘਰਾਂ 'ਚੋਂ ਆਏ ਆ। ਇਹ ਤਾਂ ਇੱਕ ਵਿਡੰਬਣਾ ਵੀ ਅਸੀਂ ਕਹਿ ਸਕਦੇ ਇੱਕ ਤਰੀਕੇ ਦੀ ਕਿ ਜਿਹੜੇ ਇਨਕਲਾਬੀ, ਜਿਹੜੇ ਬਹੁਤੇ ਇਨਕਲਾਬ ਹੋਏ ਨੇ ਦੁਨੀਆ ਦੇ ਵਿੱਚ, ਉਹਦੇ ਵਿੱਚ ਜਿਹੜੇ ਅਗਵਾਈ ਲੈਣ ਲਈ ਅੱਗੇ ਆਏ ਉਹ ਮੱਧਵਰਗੀ ਖਿੱਤੇ 'ਚੋਂ ਆਏ, ਕਿਉਂਕਿ ਉਹਨਾਂ ਕੋਲ ਸਾਧਨ ਸੀਗੇ, ਪੜ੍ਹਨ ਲਿਖਣ ਦੇ ਸਾਧਨ ਸੀ, ਰੱਜੇ ਪੁੱਜੇ ਸੀਗੇ, ਜਿਹਨੂੰ ਕਹਿੰਦੇ ਢਿੱਡੇ ਪਈਆਂ ਰੋਟੀਆਂ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ। ਜਿਹੜੇ ਵਿਚਾਰੇ ਬਿਲਕੁਲ ਲਿਤਾੜੇ ਹੋਏ ਲੋਕ ਨੇ, ਬਿਲਕੁਲ ਹੱਡ ਭੰਨ ਵੀ ਮਿਹਨਤ ਕਰਦੇ, ਉਹਨਾਂ ਕੋਲ ਸੋਚਣ ਦਾ ਵੀ ਸਮਾਂ ਨਹੀਂ ਹੈ। ਉਹਨਾਂ ਤੋਂ ਇਹ ਆਸ ਕਰਨੀ ਕਿ ਉਹ ਲੀਡਰਸ਼ਿਪ ਕਰਕੇ ਇਨਕਲਾਬ ਲਿਆਉਣ, ਕਈ ਵਾਰੀ ਬਹੁਤ ਔਖਾ ਹੁੰਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿੱਥੇ ਕਰਕੇ ਮੈਨੂੰ ਲੱਗਦਾ ਗੜਬੜ ਹੋਈ ਹੈ ਕਿ ਜਿੰਨੇ ਇਨਕਲਾਬ ਆਏ ਅੱਜ ਤੱਕ ਇੱਕ ਸਟੇਜ 'ਤੇ ਆ ਕੇ ਰੁਕ ਗਏ। ਉਹਦਾ ਕਾਰਨ ਇਹ ਕਿ ਜਿਹੜਾ ਮੱਧਵਰਗੀ ਪਰਿਵਾਰਾਂ 'ਚ ਜਿਹੜੇ ਲੀਡਰਸ਼ਿਪ ਦੇ ਰੋਲ 'ਚ ਸੀਗੇ, ਉਹਨਾਂ ਦਾ ਫਰਜ਼ ਸੀਗਾ ਕਿ ਲੀਡਰਸ਼ਿਪ ਦਾ ਟ੍ਰਾਂਜੀਸ਼ਨ ਕਰਕੇ ਉਹਨਾਂ ਦੇ ਹੱਥ ਲੀਡਰਸ਼ਿਪ ਦਿੰਦੇ, ਜਿਨ੍ਹਾਂ ਨੂੰ ਲੀਡਰਸ਼ਿਪ ਦੀ ਲੋੜ ਸੀ। ਟ੍ਰਾਂਜ਼ਿਟ ਨਹੀਂ ਹੋਈ, ਉਹ ਲੀਡਰਸ਼ਿਪ ਅਗਾਂਹ ਉਹਨਾਂ ਕੋਲ ਨਹੀਂ ਗਈ। ਜਿਹੜਾ ਮੱਧਵਰਗੀ ਜਿਹੜਾ ਸੀਗਾ ਵਰਗ, ਉਹਨੇ ਲੀਡਰਸ਼ਿਪ ਆਪਣੇ ਕੋਲ ਰੱਖੀ ਹੈ। ਉਹ ਫਿਰ ਉੱਥੇ ਆ ਕੇ ਖਲੋਤ ਆ ਜਾਂਦੀ। ਜੇ ਤੁਸੀਂ ਉਹ ਲੀਡਰਸ਼ਿਪ ਅੱਗੇ ਨਹੀਂ ਉਹਨਾਂ ਕੋਲ ਲੈ ਕੇ ਜਾ ਰਹੇ, ਜਾਂ ਉਹਨਾਂ 'ਚ ਲੀਡਰਸ਼ਿਪ ਅੱਗੇ ਨਹੀਂ ਅੱਗੇ ਮੂਹਰੇ ਆ ਰਹੀ, ਇਹ ਦਿੱਕਤ ਰਹਿਣੀ। ਸੋ ਇਹ ਵਜ੍ਹਾ ਕਿਧਰੇ ਨਾ ਕਿਧਰੇ ਇਨਕਲਾਬ ਵਿੱਚ ਉਹ
ਖਲਾ ਉਸ ਤਰ੍ਹਾਂ ਦਾ ਪੈਦਾ ਹੋ ਗਿਆ ਬਾਅਦ 'ਚ। ਤੇ ਜਿਹੜਾ ਸੰਵਾਦ ਦੀ ਤੁਸੀਂ ਗੱਲ ਕਹੀ ਹੈ, ਸੰਵਾਦ ਅੱਜ ਵੀ ਲੋੜ ਆ ਉਸ ਚੀਜ਼ ਦੀ। ਬਿਲਕੁਲ। ਜਿਸ ਤਰ੍ਹਾਂ ਦੇ ਅਸੀਂ ਹਾਲਾਤ ਵੇਖ ਰਹੇ ਹਾਂ, ਹਾਂ, ਸਾਡੇ ਕੋਲ ਅੱਜ ਵੀ ਇਸ ਗੱਲ ਦੀ ਸੰਭਾਵਨਾ ਹੈ ਕਿ ਰੱਜੀ ਪੁੱਜੀ ਕਲਾਸ ਵਿੱਚੋਂ ਵੀ ਕੁਝ ਮਨੁੱਖਤਾਵਾਦੀ ਲੋਕ ਨੇ ਜਿਹੜੇ ਅੱਗੇ ਆ ਕੇ ਕੋਈ ਨਾ ਕੋਈ ਸਮੱਸਿਆ ਦਾ ਹੱਲ ਕੱਢ ਸਕਦੇ ਆ। ਪਰ ਅਸੀਂ ਤਾਂ ਹੁਣ ਪੋਲਰਾਈਜੇਸ਼ਨ ਇਹੋ ਜਿਹੀ ਕਰਦੀ, ਜਿਵੇਂ ਕੱਚ ਕਰੜ ਦੀ ਗੱਲ ਕੀਤੀ ਕਿ ਜਿਹੜਾ ਮਾੜਾ ਮੋਟਾ ਰੋਟੀ ਖਾਣ ਲੱਗਾ ਉਹਨੂੰ ਬੁਰਜਵਾ ਕਹਿ ਦਿਓ, ਬੁਰਜਵਾ ਕਹਿ ਕੇ ਉਹਨੂੰ ਆਪਣੇ ਜੋ ਮਨਫੀ ਕਰ ਦਿਓ, ਉਹਦੀ ਖਿੱਲੀ ਉਡਾਓ। ਜਦੋਂ ਕਿ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਕੈਨੇਡਾ ਵਰਗੇ ਦੇਸ਼ 'ਚ ਅਸੀਂ ਰਹਿ ਰਹੇ ਹਾਂ, ਤਕਰੀਬਨ ਆਪਾਂ ਸਾਰੇ ਬੁਰਜਵਾ ਜਿਹੜੇ ਖਾਂਦੇ ਪੀਂਦੇ ਲੋਕ ਅਸੀਂ। ਤਾਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਕਿਤੇ ਨਾ ਕਿਤੇ ਗੜਬੜ ਕਰਦੀਆਂ ਵਾਲੀਆਂ। ਸਾਨੂੰ ਉਸ ਤਰੀਕੇ ਦਾ ਸੰਵਾਦ ਚਾਹੀਦਾ ਕਿ ਅਸੀਂ ਅਲਾਇੰਸਿਸ ਬਣਾਈਏ ਕਿ ਅਸੀਂ ਸਾਂਝੇ ਦੁਸ਼ਮਣ ਦੇ ਖਿਲਾਫ ਕਿਵੇਂ ਲੜਾਈ ਲੜਨੀ। ਬਹੁਤ ਖੂਬਸੂਰਤ ਤੁਸੀਂ ਗੱਲ ਕਹੀ ਹੈ ਕਿ ਜੇ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਫਿਰ ਵੀ ਉਹੀ ਗੱਲ ਜਿਹੜੀ ਹੈ ਕਰਦੇ ਹਾਂ ਅਤੇ ਉਹੀ ਡੈਫੀਨੇਸ਼ਨ ਰੱਖਦੇ ਹਾਂ ਤਾਂ ਬਹੁਤ ਮੂਰਖਤਾ। ਇੱਥੇ ਤਾਂ ਅਸੀਂ ਜਿਹੜੇ ਸਾਰੇ ਆਏ ਹੀ ਹਾਂ, ਇਹਦਾ ਮਤਲਬ ਕਾਫੀ ਖਰਚਾ ਕਰਕੇ ਪਹਿਲੀ ਗੱਲ ਤਾਂ ਇੱਥੇ, ਉਸ ਤੋਂ ਬਾਅਦ ਫਿਰ ਆ ਕੇ ਇੱਥੇ ਜਿਹੜਾ ਕੰਮ ਕਰ ਰਹੇ ਹਾਂ ਉਹ ਵੀ ਜਿਹੜਾ ਉਸ ਕਲਾਸ ਤੋਂ ਵੱਖਰਾ। ਸਾਡੇ ਨਾਲੋਂ ਵੱਧ ਲੋੜ ਕਈਆਂ ਨੂੰ ਉੱਥੇ ਆਉਣ ਦੀ ਹੈ ਜਿਹੜੇ ਆ ਹੀ ਨਹੀਂ ਸਕਦੇ। ਹਾਂ, ਉਹਨਾਂ ਕੋਲ ਸਾਧਨ ਹੀ ਹੈ ਨਹੀਂ ਇੱਥੇ ਆਉਣ ਦੇ। ਬਿਲਕੁਲ। ਨਾ ਉਹਨਾਂ ਕੋਲ ਜ਼ਮੀਨ ਹੈ, ਨਾ ਪੈਲੀਆਂ ਨੇ ਜਿਹਨਾਂ ਨੂੰ ਵੇਚ ਕੇ ਇੱਥੇ ਆਉਣ। ਬਿਲਕੁਲ। ਇਹ ਵੀ ਤਾਂ ਵੇਖਿਆ ਜਾਵੇ ਨਾ ਕਿ ਇੱਕ ਉਹ ਵੀ ਸਿਲਸਿਲਾ ਹੈ ਕਿ ਜਿਹੜੇ ਬੰਦੇ ਉਹ ਆ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ। ਤੇ ਜਿਹੜੇ ਆ ਗਏ ਨੇ ਉਹ ਇਹ ਸੋਚਣਗੇ ਅਸੀਂ ਪਰੋਲ ਤਾਰੀ ਹਾਂ ਤੇ ਬਾਕੀ ਸਾਰੇ ਦੂਜਿਆਂ ਨੂੰ ਬੁਰਜਾ ਕਹਿ ਕੇ ਖਿੱਲੀ ਉਡਾਓ। ਮੇਰਾ ਖਿਆਲ ਹੈ ਕਿਤੇ ਨਾ ਕਿਤੇ ਗੜਬੜ ਹੈ ਇਸ ਕਿਸਮ ਦੀ। ਜਿੱਥੇ ਆਹ ਚੀਜ਼ ਜਿਹੜੀ ਹੈ ਇੱਕ ਜਿਹਨੂੰ ਸਹੀ ਸਮਝਣ ਦੇ ਜਾਂ ਸਮਝਾਉਣ ਦੇ ਵਿੱਚ ਬਹੁਤ ਵੱਡੇ ਜਿਹੜੇ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਦਾਅਵਾ ਕਰਦੇ ਨੇ ਕਿ ਮਾਰਕਸਵਾਦ ਸਾਡਾ ਹੀ ਹੈ, ਅਸੀਂ ਹੀ ਆ ਉਹਦੇ, ਤੇ ਸਾਡੇ ਤੋਂ ਬਗੈਰ ਕਿਸੇ ਨੇ ਸਮਝਿਆ ਨਹੀਂ। ਉਹ ਪ੍ਰੋਲੇਟਰੀ ਜਾਂ ਬੁਰਜ਼ਵਾ ਦੋਨਾਂ ਨੂੰ, ਪ੍ਰੋਲੇਟਰੀ ਸਿਸਟਮ ਨੂੰ ਵੀ ਨਹੀਂ ਸਮਝ ਸਕੇ। ਉੱਥੇ ਦੂਸਰਾ ਜਿਹੜਾ ਮਸਲਾ ਖੜਾ ਕੀਤਾ ਉਹ ਹੈ ਧਰਮ ਬਨਾਮ ਮਾਰਕਸਵਾਦ ਦਾ, ਅਤੇ ਉਸ ਨੂੰ ਜਿਸ ਲੋਕੇਸ਼ਨ 'ਤੇ ਲੈ ਆਂਦਾ, ਜਿਸ ਥਾਂ 'ਤੇ ਲੈ ਆਂਦਾ, ਉਹ ਬੜੀ ਖਤਰਨਾਕ ਹੈ। ਹੁਣ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਦੋਂ ਮਾਰਕਸ ਦੀ ਹਰ ਪਰਿਭਾਸ਼ਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਰੂਪ ਦੇ ਵਿੱਚ ਧਰਮ ਦੇ ਵਿਰੁੱਧ ਆ, ਤਾਂ ਉੱਥੇ ਸਾਨੂੰ ਨਿਸ਼ਾਨਦੇਹੀ ਕਰਨੀ ਪੈਣੀ ਹੈ ਕਿ ਉਹ ਧਰਮ ਕਿਸ ਧਰਮ ਦੀ ਗੱਲ ਕਰਦਾ ਅਤੇ ਉਹਦੀ ਪਹੁੰਚ ਕਿਸ ਕਿਸਮ ਦੀ ਹੈ। ਜਦੋਂ ਕਿ ਅਸੀਂ ਜਦੋਂ ਗੱਲ ਕਰਦੇ ਹਾਂ, ਜਦੋਂ ਹੁਣ ਅਸੀਂ ਆਪਣੇ ਵਿਰਾਸਤ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਖੁਦ ਕਿਰਤੀ ਵਰਗ ਦੀ ਬਾਂਹ ਫੜੀ, ਅਤੇ ਗੁਰੂ ਸਾਹਿਬ ਪਹਿਲੇ ਬਾਅਦ ਉਹ ਸ਼ਖਸ ਹਨ ਜਿਨ੍ਹਾਂ ਨੇ ਇਹ ਕਿਹਾ ਕਿ ਊਚ ਨੀਚ ਵਾਲਾ ਜਿਹੜਾ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀ ਜਿਹੜੀ ਵੰਡ ਹੈ ਉਹ ਗਲਤ ਹੈ, ਇਹ ਸਾਰੇ ਬਰਾਬਰ ਨੇ। ਮੈਂ ਉਹਨਾਂ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹੋ ਮੈਂ ਉਹਨਾਂ ਨਾਲ ਖੜਾ। ਅਤੇ ਗੁਰੂ ਸਾਹਿਬ ਫਰਮਾਉਂਦੇ ਨੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੌਖਿਆ ਰੀਸ। ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ, ਭਾਈ ਲਾਲੋ ਨੂੰ ਲੈ ਕੇ ਨਾਲ ਗਲਵੱਕੜੀ 'ਚ ਲੈਂਦੇ ਨੇ। ਜਦੋਂ ਵੰਡ ਕੇ ਛਕਣ ਦੀ ਗੱਲ ਕਰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਅਤੇ ਉਹੀ ਗੁਰੂ ਨਾਨਕ ਸਾਹਿਬ ਨੂੰ ਕਦੇ ਇਹ ਗੱਲ ਕਹੀ ਜਾਂਦੀ ਹੈ ਅਲਾਮਾ ਇਕਬਾਲ ਵੱਲੋਂ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਸੁੱਤਾ ਗਾਫਲ ਦੀ ਨੀਂਦ, ਜਿਹੜੇ ਕਿ ਕੰਦਰਾਂ 'ਚ ਪਹਾੜਾਂ 'ਚ ਛੁਪੇ ਬੈਠੇ ਸੀ, ਲੋਕਾਂ 'ਤੇ ਜ਼ੁਲਮ ਹੁੰਦਾ ਸੀ ਅਤੇ ਉੱਥੇ ਬੈਠੇ ਜਾ ਕੇ ਧੂਣੀਆਂ ਲਾ ਲੈਂਦੇ ਸੀ ਵੀ ਅਸੀਂ ਧਾਰਮਿਕ ਬੰਦੇ ਹਾਂ। ਉਹ ਕਹਿੰਦੇ ਆਹ ਪਖੰਡ ਆ, ਆਹ ਤੂੰ ਕੀ ਕਰਦਾ, ਲੋਕ ਮਰ ਰਹੇ ਨੇ, ਤੇਰਾ ਧਰਮ ਕੀ ਹੈ। ਧਰਮ ਕਰਮ ਦੋਏ ਉਹਨਾਂ ਨੂੰ ਰੱਦ ਕਰਤੇ, ਦੋਨਾਂ ਨੂੰ ਰੱਦ ਕਰਤਾ। ਇਹੋ ਜਿਹੇ ਨੂੰ ਜਿਹਨੇ ਰੱਦ ਕਰਤਾ ਉਹ ਕਿਸ ਤਰੀਕੇ ਨਾਲ ਅਫੀਮ ਹੋ ਗਿਆ। ਅਤੇ ਜਿਹੜੇ ਅਫੀਮ ਕਹਿ ਕੇ ਉਸ ਨੂੰ ਮਾਰਕਸਵਾਦ ਨੂੰ ਸਾਰੇ ਸਿਸਟਮ 'ਤੇ ਲਾਗੂ ਕਰਦੇ ਨੇ, ਉਹ ਕਿੰਨੇ ਕੁ ਤਰਕਸ਼ੀਲ ਨੇ। ਦੇਖੋ ਗੱਲ ਇਸ ਤਰ੍ਹਾਂ 'ਚ ਬਹੁਤ ਸਾਰੀਆਂ ਗੜਬੜਾਂ ਨੇ। ਇੱਕ ਤਾਂ ਪਹਿਲੀ ਗੱਲ ਕਿ ਜਿਹੜਾ ਮਾਰਕਸ ਨੇ ਜੋ ਕਿਹਾ ਸੀ ਧਰਮ ਅਫੀਮ ਹੈ, ਉਸਦਾ ਸੰਦਰਭ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ, ਕਿਸ ਰੂਪ 'ਚ ਕਿਹਾ ਔਰ ਅਗਾਂਹ ਕੀ ਕਿਹਾ। ਨਾਲ ਇਹ ਵੀ ਕਿਹਾ ਕਿ ਧਰਮ ਇੱਕ ਲਿਤਾੜੇ ਹੋਏ ਵਿਅਕਤੀ ਦਾ ਅਖੀਰਲਾ ਆਸਰਾ। ਇੱਕ ਪਾਸੇ ਮਾਰਕਸ ਇਹ ਕਹਿ ਰਿਹਾ, ਦੂਜੇ ਪਾਸੇ ਉਹ ਕਹਿ ਰਿਹਾ, ਦੋਨਾਂ ਦਾ ਆਪਸ ਵਿੱਚ ਕੀ ਜਿਹੜਾ ਹੈ ਕਨੈਕਸ਼ਨ ਕੀ ਹੈ। ਵੇਖੋ ਇੱਕ ਮਿਸਾਲ ਮੈਂ ਦੇਣੀ ਚਾਹੁੰਦਾ, ਜਦੋਂ ਗਦਰੀ ਇੱਥੋਂ ਵਾਪਸ ਗਏ ਤਾਂ ਉਹਨਾਂ ਦੇ ਖਿਲਾਫ ਅਕਾਲ ਤਖਤ ਤੋਂ ਹੁਕਮਨਾਮੇ ਆਏ ਕਿ ਅਸਿੱਖ ਨੇ। ਬਿਲਕੁਲ ਠੀਕ ਹੈ ਜੀ। ਉਸ ਵੇਲੇ ਅਕਾਲ ਤਖਤ ਕਿਹਨਾਂ ਕੋਲ ਸੀਗਾ, ਸਰਬਰਾਹ ਕੌਣ ਸੀਗੇ, ਬ੍ਰਿਟਿਸ਼ ਗਵਰਨਮੈਂਟ ਟਾਊਟ ਸੀ। ਉਸ ਵੇਲੇ ਉਸ ਦੌਰ ਦੇ ਵਿੱਚ ਬਰਤਾਨਵੀਆਂ ਦੇ ਹੱਕ 'ਚ ਅਰਦਾਸਾਂ ਹੁੰਦੀਆਂ ਸੀ ਕਿ ਰਾਜਨ ਲੰਮੇ ਹੋਣ। ਬਿਲਕੁਲ ਇਹ ਹੁੰਦੀ ਅਫੀਮ ਕਿ ਜਨਤਾ ਸੁੱਤੀ ਪਈ ਹੈ, ਉਹਨੂੰ ਸਵਾ ਦਿਓ, ਜਨਤਾ ਨੂੰ ਇੱਕ ਪਾਸੇ ਲਾ ਦਿਓ। ਇਹਦੇ 'ਚ ਸਟੇਟ ਦਾ ਜਿਹੜਾ ਕਿਰਦਾਰ ਹੈ, ਸਟੇਟ ਅਤੇ ਧਰਮ ਦਾ ਜਿਹੜਾ ਆਪਸ 'ਚ ਰਲੇਵਾਂ, ਉਹਦੇ 'ਤੇ ਉਸਨੇ ਸੂਈ ਰੱਖੀ ਹੈ। ਔਰ ਉਸਨੇ ਕੋਈ ਧਰਮ ਦੇ ਉੱਤੇ ਇਸ ਤਰ੍ਹਾਂ ਦਾ ਅਟੈਕ ਨਹੀਂ ਕੀਤਾ ਕਿ ਧਰਮ ਆਪਣੇ ਆਪ 'ਚ ਅਫੀਮ ਹੈ। ਜੇ ਧਰਮ ਨੂੰ ਉਹ ਕਹਿ ਰਿਹਾ ਕਿ ਅਖੀਰਲੇ ਉਸ ਬੰਦੇ ਦਾ ਲਿਤਾੜੇ ਬੰਦੇ ਦਾ ਅਖੀਰਲਾ ਆਸਰਾ ਆ, ਅਤੇ ਉਸ ਦਾ ਵੀ ਇੱਕ ਸੰਗ ਇਹੀ ਜਦੋਂ ਗਦਰੀ ਬਾਬੇ ਉੱਥੇ ਗਏ, ਉਹਨਾਂ ਇਸ ਤਰ੍ਹਾਂ ਦਾ ਅਨਿਆਂ ਹੋਇਆ ਕਿ ਉਹਨਾਂ ਨੂੰ ਅਸਿੱਖ ਤੱਕ ਕਹਿ ਦਿੱਤਾ ਗਿਆ। ਅਤੇ ਬਾਅਦ 'ਚ ਉਹਨਾਂ ਗਦਰੀਆਂ ਨੇ ਅੱਗੇ ਜਾ ਕੇ ਬੱਬਰ ਅਕਾਲੀ ਲਹਿਰ 'ਚ ਵੀ ਹਿੱਸਾ ਪਾਇਆ ਕਿ ਗੁਰਦੁਆਰੇ ਆਜ਼ਾਦ ਕਰਾਉਣੇ ਆ। ਉਹ ਕਮਲੇ ਤੇ ਨਹੀਂ ਸੀਗੇ, ਕੋਈ ਤਾਂ ਲਗਾਤਾਰਤਾ ਸੀ ਨਾ ਉਸ ਗੱਲ ਦੇ ਵਿੱਚ। ਸੋ ਉਹ ਅਸਲੀ ਧਰਮ ਦੀ ਨਿਸ਼ਾਨਦੇਹੀ ਕਰ ਰਹੇ, ਜਿਸ ਤਰ੍ਹਾਂ ਦੀ ਮਾਰਕਸ ਕਹਿ ਰਿਹਾ। ਉਹ ਦੇਖੋ ਕਮਾਲ ਨਿਸ਼ਾਨਦੇਹੀ 'ਚ ਗੜਬੜ ਹੋ ਰਹੀ, ਬਹੁਤ ਤਕੜੀ। ਕਮਾਲ ਦੀ ਗੱਲ ਹੈ ਕਿ ਜਦੋਂ ਸਰਬਰਾਹ ਜਿਹੜਾ ਕਿ ਸਟੇਟ ਦਾ ਜਿਹੜਾ ਉਸ ਵੇਲੇ ਕਬਜ਼ਾ
ਉਹ ਅਰਦਾਸਾਂ ਕਰਾਉਂਦੇ ਆ ਜਾਂ ਇਹਨਾਂ ਦੇ ਖਿਲਾਫ ਜਿਹੜੇ ਆ ਉਸ ਵੇਲੇ ਹੁਕਮਨਾਮੇ ਜਾਰੀ ਕਰਾਉਂਦੇ, ਜੋ ਕਿ ਹੁਕਮਨਾਮੇ ਦੀ ਥਾਂ ਤੇ ਉਹਨਾਂ ਦੀ ਇੱਕ ਸਰਕਾਰ ਦੀ ਇੱਕ ਨੀਤੀ ਦਾ ਹਿੱਸਾ ਸੀ। ਪਰ ਕੁਝ ਵਰ੍ਹਿਆਂ ਦੇ ਬਾਅਦ ਜਿਹੜਾ ਕਿ ਇਤਿਹਾਸ 'ਚ ਮਨਫੀ ਹੋ ਰਿਹਾ, ਜਿਸ ਤੇ ਸਾਨੂੰ ਕਈ ਵਾਰੀ ਦੁੱਖ ਹੁੰਦਾ ਹੈ ਕਿ ਤਸਵੀਰ ਪੇਸ਼ ਕਰਨ ਦੇ ਵਿੱਚ ਕਿਤੇ ਨਾ ਕਿਤੇ ਬੇਈਮਾਨੀ ਆ ਜਾਂਦੀ ਹੈ ਕਿ ਉਹੀ ਕਿਸ਼ਨ ਸਿੰਘ ਗੜਗਾਜਰ ਵਰਗੇ, ਉਹੀ ਮਾਸਟਰ ਮੋਤਾ ਸਿੰਘ ਵਰਗੇ, ਉਹੀ ਕਰਮ ਸਿੰਘ ਦੌਲਤਪੁਰ ਵਰਗੇ, ਉਹੀ ਲੋਕ ਜਿਹੜੇ ਲਹਿਰਾਂ ਨਾਲ ਜੁੜੇ ਆ, ਜਿਹੜੇ ਪਿੰਡਾਂ 'ਚ ਸ਼ਹਿਰਾਂ 'ਚ ਇਕੱਠ ਕਰਕੇ ਕਹਿੰਦੇ ਆ ਕਿ ਜਿਹੜਾ ਫੈਸਲਾ ਸਰਬਰਾਹ ਅਰੂੜ ਸਿੰਘ ਨੇ ਕੀਤਾ ਇਹ ਅੰਗਰੇਜ਼ਾਂ ਦਾ ਝੋਲੀ ਚੁੱਕ ਤੇ ਟੁੱਕੜ ਬੋਚ ਹੈ, ਇਸ ਨੂੰ ਰੱਦ ਕਰਦੇ ਆ, ਇਸ ਨੂੰ ਸਿੱਖੀ ਚੋਂ ਖਾਰਜ ਕਰਦੇ ਆ। ਉਹੀ ਕਹਿੰਦੇ ਆ ਕਿ ਜਿਹੜਾ ਖਜ਼ਾਨਾ ਉਸ ਵੇਲੇ ਆਪਣਾ ਮੂੰਹ ਖੋਲਿਆ ਅਡਵਾਇਰ ਦੇ ਲਈ ਪਟਿਆਲੇ ਵਾਲੇ ਰਾਜੇ ਨੇ, ਉਹ ਕਹਿੰਦੇ ਕਿ ਇਹ ਪਟਿਆਲੇ ਵਾਲਾ ਰਾਜਾ ਦੋਸ਼ੀ ਹੈ ਤੇ ਇਸ ਦੇ ਖਿਲਾਫ ਅਸੀਂ ਇਸ ਨੂੰ ਅਸਿੱਖ ਦਾ ਫੈਸਲਾ ਦਿੰਦੇ ਆ। ਉਹੀ ਇਹ ਕਹਿੰਦੇ ਆ ਕਿ ਸੁੰਦਰ ਸਿੰਘ ਮਜੀਠੀਆ ਜਿਹੜਾ ਕਿ ਉਸ ਦੀ ਫੰਡ ਰੇਜ਼ਿੰਗ ਕਮੇਟੀ ਦਾ ਮੁਖੀ ਹੈ, ਉਹ ਲੋਕ ਬਕਾਇਦਾ ਤੌਰ ਤੇ ਲਿਖਤੀ ਤੌਰ ਤੇ ਪਿੰਡਾਂ 'ਚ ਸ਼ਹਿਰਾਂ 'ਚ ਫੈਸਲਾ ਕਰਦੇ ਨੇ ਕਿ ਇਹ ਕੌਮ ਦਾ ਦੋਸ਼ੀ ਹੈ, ਇਸ ਨੂੰ ਅਸੀਂ ਖਾਰਜ ਕਰਦੇ ਹਾਂ, ਇਸ ਦੇ ਨਾਲ ਭਾਈ ਦਾ ਖਿਤਾਬ ਜਿਹੜਾ ਰੱਦ ਕਰਕੇ ਇਹ ਸਾਰੇ ਜਿਹੜੇ ਆ ਜ਼ਿੰਮੇਵਾਰ ਨੇ। ਸੋ ਹੁਣ ਇਹ ਗੱਲ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਰੂਪ ਦੇ ਵਿੱਚ ਉਹ ਅਫੀਮ ਦੇ ਤੌਰ ਤੇ ਸਟੇਟ ਦਾ ਪੱਖ ਪੂਰ ਰਿਹਾ, ਦੂਸਰੇ ਤੌਰ ਤੇ ਲੋਕਾਂ ਦਾ ਆਖਰੀ ਹਥਿਆਰ ਬਣ ਰਿਹਾ। ਦੇਖੋ ਕੈਨੇਡਾ 'ਚ ਸਾਡੇ ਕੋਲ ਮਿਸਾਲ ਆ ਜੀ, ਜਦੋਂ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਗਏ ਸਟੇਟ ਤੇ ਚਰਚ ਇਕੱਠੇ ਸੀਗੇ। ਮਕਸਦ ਕੀ ਸੀ ਕਿ ਮੂਲ ਵਾਸੀਆਂ ਨੂੰ ਕ੍ਰਿਸਚਨ ਬਣਾਓ। ਦਰਅਸਲ ਕ੍ਰਿਸਚਨ ਨਾ ਬਣਾਓ, ਉਹਨਾਂ ਨੂੰ ਆਪਣੇ ਵਰਗੇ ਬਣਾਓ, ਜਿਨ੍ਹਾਂ ਦੇ ਮੂਲ ਵਾਸੀ ਨਾਂ ਵੀ ਨਾ ਹੋਣ, ਲੰਮੇ ਵਾਲ ਵੀ ਨਾ ਹੋਣ, ਉਹ ਮੂਲ ਵਾਸੀ ਜ਼ਬਾਨਾਂ 'ਚ ਗੱਲ ਵੀ ਨਾ ਕਰ ਸਕਣ। ਜਜ਼ਬ ਕਰਨ ਦੀ ਗੱਲ ਸੀਗੀ। ਉੱਥੇ ਇੱਕ ਤਰੀਕੇ ਦੀ ਅਫੀਮ ਵਾਂਗੂ ਇਸਤੇਮਾਲ ਕੀਤਾ ਗਿਆ ਕ੍ਰਿਸਚੈਨਿਟੀ ਨੂੰ ਕਿ ਤੁਸੀਂ ਮਤਲਬ ਇਹਨੂੰ ਘੋਲ ਕੇ ਪੀ ਜਾਓ ਤੇ ਸੁੱਤੇ ਰਹੋ, ਆਪਣੇ ਹੱਕਾਂ ਬਾਰੇ ਜਾਗਰੂਕ ਹੀ ਨਾ ਹੋ। ਪਰ ਦੂਜੇ ਪਾਸੇ ਉਹ ਵੀ ਚਰਚਾ ਸੀਗੀਆਂ ਜਿਨ੍ਹਾਂ ਨੇ ਇਨਕਲਾਬ ਜਦੋਂ ਆਏ ਦੁਨੀਆ ਭਰ ਵਿੱਚ ਉਸ ਦੇ ਵਿੱਚ ਹਿੱਸਾ ਪਾਇਆ, ਉਹਨਾਂ ਦੇ ਪਾਦਰੀ ਮੂਹਰੇ ਹੋ ਕੇ ਲੜੇ ਨੇ ਜ਼ੁਲਮ ਦੇ ਖਿਲਾਫ। ਦੋਨਾਂ 'ਚ ਸਾਨੂੰ ਫਰਕ ਕਰਨਾ ਪਊਗਾ ਨਾ, ਸਾਰਿਆਂ ਨੂੰ ਆਪਾਂ ਇੱਕੋ ਰਸੇ ਬੰਨ੍ਹ ਦਈਏ, ਇਹਦੇ ਕੋਈ ਇਨਸਾਫ ਨਾ ਹੋਇਆ। ਤੁਸੀਂ ਰਤਨ ਸਿੰਘ ਰਾਏਪੁਰ ਡੱਬੇ ਨੂੰ ਕਿਹੜੇ ਖਾਤੇ 'ਚ ਪਾਓਗੇ? ਰਤਨ ਸਿੰਘ ਰਾਏਪੁਰ ਡੱਬੇ ਨੇ ਜਿੱਥੇ ਕਿਹਾ ਕਿ ਸਿੱਖੀ ਦੇ ਵਿੱਚ ਤੇ ਸਮਾਜਵਾਦ 'ਚ ਕਿੱਥੇ ਸਮਾਨਤਾਵਾਂ ਨੇ, ਉਸਨੇ ਨਿਸ਼ਾਨਦੇਹੀ ਕੀਤੀ ਉਸਦੀ, ਜਾਂ ਤਾਂ ਨਾ ਕੀਤੀ ਹੋਵੇ। ਸਾਡੇ ਕੋਲ ਮਿਸਾਲਾਂ ਨੇ ਇਸ ਤਰ੍ਹਾਂ ਦੀ ਗਦਰੀ ਬਾਬਿਆਂ ਦੀਆਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਵੀ ਕੰਮ ਕੀਤਾ ਹੋਇਆ। ਬਰਕਤੁੱਲਾ ਨੂੰ ਕਿਹੜੇ ਖਾਤੇ 'ਚ ਪਾਓਗੇ? ਗਦਰ ਪਾਰਟੀ ਨਾਲ ਜੁੜਿਆ ਹੋਇਆ ਨਾ, ਜਿਨ੍ਹਾਂ ਨੇ ਇਸਲਾਮ ਤੇ ਸਮਾਜਵਾਦ ਦੇ ਵਿਚਾਲੇ ਸਮਾਨਤਾ ਪੈਦਾ ਕਰਕੇ ਮੁਸਲਿਮ ਭਾਈਚਾਰੇ ਨੂੰ ਨਾਲ ਜੋੜਿਆ ਗਦਰ ਦੇ, ਇਹਨਾਂ ਨੂੰ ਖੂਜ ਪਾ ਦੀ ਸਾਰਿਆਂ ਨੂੰ ਅਸੀਂ। ਸੋ ਮੈਂ ਸਮਝਦਾ ਇਹ ਬਹੁਤ ਕੱਚੀਆਂ ਕਿਸਮ ਦੀਆਂ ਗੱਲਾਂ ਨੇ। ਵੇਖੋ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣੀ ਚਾਹੁੰਦਾ। ਜਿਹੜਾ ਮਾਰਕਸਵਾਦ ਹੈ ਜਾਂ ਜਿਹੜੀ ਕਮਿਊਨਿਜ਼ਮ ਹੈ, ਉਹਨਾਂ ਜੁੜੇ ਹੋਏ ਲੋਕ ਅਕਸਰ ਨਾਰਾ ਦਿੰਦੇ ਨੇ, ਜੀਣਾ ਹੈ ਤਾਂ ਮਰਨਾ ਸਿੱਖੋ, ਜੀਣਾ ਹੈ ਤਾਂ ਮਰਨਾ ਸਿੱਖੋ, ਕਦਮ ਕਦਮ 'ਤੇ ਲੜਨਾ ਸਿੱਖੋ। ਤੇ ਬਾਣੀ ਵੀ ਇਹੀ ਕਹਿੰਦੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਾ, ਕੀ ਬਾਤ ਹੈ। ਇਹ ਦੋਨਾਂ 'ਚ ਕੀ ਸਮਾਨਤਾ ਨਜ਼ਰ ਨਹੀਂ ਤੁਹਾਨੂੰ ਆ ਰਹੀ? ਜੇ ਜ਼ੁਲਮ ਨਾਲ ਲੜਨਾ ਤੁਹਾਨੂੰ ਮੌਤ ਤਾਂ ਕਬੂਲ ਨਹੀਂ ਪੈਣੀ ਆ। ਉਹ ਬਾਣੀ ਵੀ ਕਹਿ ਰਹੀ ਹੈ, ਕਮਿਊਨਿਜ਼ਮ ਵੀ ਕਹਿ ਰਿਹਾ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਸੋ ਮਤਲਬ ਇਹਦੇ ਜਿਹੜੀ ਸਮਾਨਤਾਵਾਂ ਨੇ ਇਸ ਤੇ ਸਾਨੂੰ ਨਿਸ਼ਾਨਦੇਹੀ ਕਰਨੀ ਪਏਗੀ। ਗੁਰੂ ਨਾਨਕ ਸਾਹਿਬ ਨੇ ਜਿਵੇਂ ਕਿਹਾ ਸੀ, ਗ੍ਰਹਿਸਥ ਆਸ਼ਰਮ ਤੇ ਜ਼ੋਰ ਦਿੱਤਾ ਕਿ ਜਿਹੜੇ ਕੰਦਰਾਂ 'ਚ ਬੈਠੇ ਨੇ, ਕਿ ਤੁਸੀਂ ਸਮਾਜ ਛੱਡ ਕੇ ਇੱਥੇ ਬੈਠੇ ਹੋ, ਪਖੰਡ ਕਰ ਰਹੇ ਹੋ। ਮਾਰਕਸ ਵੀ ਤਾਂ ਪ੍ਰੈਕਟੀਕਲੀ ਲੋਕਾਂ ਦੇ ਵਿੱਚ ਹੀ ਰਿਹਾ, ਉਹ ਕਿਹੜਾ ਕੰਦਰਾਂ ਜਾ ਕੇ ਬੈਠਾ ਸੀਗਾ। ਔਰ ਲਾਲਾ ਹਰਦਿਆਲ, ਚਾਹੇ ਉਹਦੀ ਲੱਖ ਵਾਦ ਹੋਣਗੇ, ਉਸਨੇ ਕਿਤਾਬ 'ਚ ਕੱਢਿਆ ਸੀ ਮਾਰਕਸ ਬਾਰੇ, ਉਸਨੂੰ ਮਾਂ ਰਿਸ਼ੀ ਦਾ ਖਿਤਾਬ ਦਿੱਤਾ। ਇੱਕ ਰਿਸ਼ੀ ਸੀ ਕਿ ਸਮਾਜ ਨੂੰ ਆਪਣੀ ਜ਼ਿੰਦਗੀ ਉਹਨੇ ਅਰਪਿਤ ਕਰਤੀ, ਰਿਸ਼ੀ ਮੁਨੀਆਂ ਵਾਂਗੂ ਰਿਹਾ। ਮੈਨੂੰ ਉਸ ਘਰ ਵੀ ਜਾਣ ਦਾ ਮੌਕਾ ਮਿਲਿਆ ਜਿੱਥੇ ਮਾਰਕਸ ਰਿਹਾ ਕਰਦਾ ਸੀ, ਸੋਹੋ ਦੇ ਵਿੱਚ, ਸੋਹੋ ਏਰੀਆ ਲੰਡਨ। ਅੱਛਾ। ਉਹ ਹੁਣ ਘਰ ਉਸ ਤਰ੍ਹਾਂ ਹੈ ਨਹੀਂ, ਉਹਨਾਂ ਨੇ ਬਾਹਰ ਇੱਕ ਪੱਥਰ ਚਿਣ ਕੇ ਲਾਇਆ ਹੋਇਆ, ਕਿਉਂਕਿ ਢਾਂਚਾ ਘਰ ਦਾ ਉੱਦਾਂ ਦਾ ਹੀ ਹੈ, ਪਰ ਉੱਥੇ ਇੱਕ ਬਾਰ ਖੁੱਲੀ ਹੋਈ ਹੈ। ਮੈਂ ਉਹ ਪੱਥਰ ਦੀ ਫੋਟੋ ਖਿੱਚੀ। ਮੈਂ ਉਸ ਇਲਾਕੇ ਵਿੱਚ ਗੁਰਬਤ 'ਚ ਰਿਹਾ ਉਹ ਬੰਦਾ। ਉਹਦੀ ਕਬਰ 'ਤੇ ਵੀ ਜਾਣ ਦਾ ਮੌਕਾ ਮਿਲਿਆ, ਜਿੱਥੇ ਅੱਜ ਵੀ ਹਜ਼ਾਰਾਂ ਦੀ ਤਾਦਾਦ 'ਚ ਲੋਕੀ ਜਾਂਦੇ, ਕਿ ਉਹਦੇ ਵਾਸਤੇ ਲੋਕਾਂ ਦੀ ਇੱਜ਼ਤ ਤਾਂ ਕਿ ਉਸਨੇ ਲੋਕਾਂ ਵਿੱਚ ਰਹਿ ਕੇ ਆਪਣਾ ਜ਼ਿੰਦਗੀ ਦਾਈ ਉੱਦਾਂ ਹੀ, ਜਿਵੇਂ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸੀ। ਅੰਬੇਦਕਰ ਕਮਲਾ ਨਹੀਂ ਸੀਗਾ ਜਿਹਨੇ ਤੁਲਨਾਤਮਕ ਅਧਿਐਨ ਕੀਤਾ ਮਾਰਕਸ ਤੇ ਬੁੱਧ ਦੇ ਵਿਚਾਲੇ ਕਿ ਦੋਨਾਂ ਵਿੱਚ ਸਮਾਨਤਾ ਕਿੱਥੇ ਆ। ਜੀ ਮੈਂ ਸਮਝਦਾ ਇਸ ਤਰ੍ਹਾਂ ਦੀ ਵਿਸ਼ਾਲਤਾ ਦੀ ਲੋੜ ਹੈ, ਇਸ ਤਰ੍ਹਾਂ ਦੀਆਂ ਗੱਲਾਂ ਦੀ ਲੋੜ ਨਹੀਂ ਕਿ ਤੁਸੀਂ ਲਕੀਰ ਕੱਢ ਦਿਓ ਜਾਂ ਤੁਸੀਂ ਉੱਧਰ ਹੀ ਜਾਂ ਇੱਧਰ ਹੋ, ਜਿਵੇਂ ਜਾਰਜ ਡਬਲਿਊ ਬੁਸ਼ ਕਹਿੰਦਾ ਜਾਂ ਕਈ ਅੱਤਵਾਦੀ ਕਿਸਮ ਦੇ ਲੋਕ ਕਹਿੰਦੇ ਆ। ਮੈਂ ਸਮਝਦਾ ਇਹ ਘੋਰ ਅਨਿਆਂ ਕਰ ਰਹੇ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ, ਕਿ ਮਾਰਕਸ ਇੱਕ ਦਾਰਸ਼ਨਿਕ ਸੀਗਾ ਜੀ, ਦਾਰਸ਼ਨਿਕ ਹੋਣ ਦੇ ਨਾਤੇ ਉਸਦੀ ਕੀ ਖੂਬੀਆਂ ਸੀ, ਉਸਦੀ ਨਿਸ਼ਾਨਦੇਹੀ ਸਹੀ ਢੰਗ ਨਾਲ ਕਰੋ। ਦੇਖੋ ਜਿੰਨਾ ਪੱਖਾਂ ਨੂੰ ਤੁਸੀਂ ਬਿਆਨ ਕੀਤਾ, ਜਿੰਨਾ ਪਹਿਲੂਆਂ ਦੀ ਗੱਲ ਤੁਸੀਂ ਕੀਤੀ, ਇੱਕ ਸੰਵਾਦ ਦੀ ਗੱਲ ਤੁਸੀਂ ਕਿਤੇ ਰਾਏਪੁਰ ਡੱਬਾ ਸਾਹਿਬ ਦੀ ਗੱਲ ਕੀਤੀ, ਕਦੇ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਗੱਲ ਕਰਦੇ ਹਾਂ। ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਜੇ ਆਜ਼ਾਦੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ? ਜੇਕਰ ਅੱਜ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਗੱਲ ਨਾ ਕਰੀਏ ਤਾਂ ਅਧੂਰੀ ਗੱਲ ਹੈ। ਉਹ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੀ ਸਨ, ਪੂਰੇ ਧਾਰਮਿਕ ਬੰਦੇ ਸਨ, ਸਮਾਜਵਾਦ ਨੂੰ ਪਰਨਾਏ ਸਨ। ਕਿੱਥੇ ਜਾਵਾਂਗੇ ਜੇ ਭਾਗ ਸਿੰਘ ਖੁਰਦਪੁਰ, ਭਾਗ ਸਿੰਘ ਭਿੱਖੀਵਿੰਡ, ਜਿਨ੍ਹਾਂ ਨੇ ਨਹੀਂ ਇਹ ਜਿਹੜੀ ਅੱਜ ਖਾਲਸਾ ਦੀਵਾਨ ਸੁਸਾਇਟੀ ਅਸੀਂ ਜਿਹਨਾਂ ਸੰਸਥਾਵਾਂ ਦੀ ਗੱਲ ਕਰਦੇ ਹਾਂ, ਇਹਨਾਂ ਦੇ ਮੋਢੀ ਤੇ ਕਿੱਥੇ ਭਾਈ ਮੇਵਾ ਸਿੰਘ,
ਇਹ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦੀ ਰੋਮ ਰੋਮ ਦੇ ਵਿੱਚ ਸੇਧ, ਜਿਨ੍ਹਾਂ ਦੀ ਗੱਲ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਆਸ, ਜਾਂ ਅਸੀਂ ਜਦੋਂ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ ਜਦੋਂ ਗੱਲ ਕਰਦੇ ਹਾਂ ਤਾਂ ਇੱਥੋਂ ਚੱਲਦੀ ਹੈ। ਉਹ ਵਹਾ ਜਿਹੜਾ ਹੈ ਉਸ ਦੇ ਨਾਲ ਜਾ ਕੇ ਉਹ ਸੋਚ ਸਮਾਜਵਾਦ ਦੀ ਜੁੜਦੀ ਹੈ, ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਆਹ ਜਿਹੜਾ ਸੰਵਾਦ ਜਾਂ ਇਹਨਾਂ ਦੀ ਇੱਕ ਪੂਰਕਤਾ ਦੀ ਤੌਰ 'ਤੇ ਹੈ, ਜਿਹੜੇ ਇਸ ਨੂੰ ਪਾੜ ਕੇ ਦੇਖਦੇ ਨੇ, ਮੈਨੂੰ ਲੱਗਦਾ ਕਿ ਉਹ ਅੱਜ ਸਮੱਸਿਆ ਦੀ ਜੜ ਨੇ। ਉਹ ਫਲਸਫੇ ਨੂੰ ਕਿਸੇ ਨੂੰ ਵੀ ਨਹੀਂ ਪੂਰਾ ਸਮਝ ਸਕੇ। ਦੇਖੋ ਗੱਲ ਇਹ ਹੈ ਕਿ ਮਾਰਕਸ ਦਾ ਇੱਕ ਸੁਨੇਹਾ ਸੀਗਾ ਜੀ ਕਿ ਦੁਨੀਆ ਦੇ ਮਿਹਨਤ ਕਸ਼ੋ ਇੱਕ ਹੋ ਜਾਓ ਜੀ, ਤੁਹਾਡੇ ਕੋਲ ਕੱਖ ਵੀ ਨਹੀਂ ਗਵਾਉਣ ਨੂੰ ਸਿਵਾਏ ਤੁਹਾਡੀਆਂ ਬੇੜੀਆਂ ਦੇ। ਇਹ ਸੰਦੇਸ਼ ਸੀ ਮਾਰਕਸ ਦਾ। ਜੀ ਜੀ, ਇਹ ਉਸ ਤੇ ਕਿੰਨਾ ਖਲੋਤੇ ਆ? ਇਹ ਤਾਂ ਕਮਿਊਨਿਸਟ ਪਾਰਟੀਆਂ ਵੰਡੀਆਂ ਹੋਈਆਂ, ਕਮਿਊਨਿਸਟ ਪਾਰਟੀ ਫਲਾਣੀ, ਕਮਿਊਨਿਸਟ ਪਾਰਟੀ ਢਮਕਾਣੀ, ਉਹਨਾਂ ਦੇ ਆਪਸ ਹੀ ਤੁਫੇੜ ਪਏ ਹੋਏ ਆ। ਅਗਾਂਹ ਨਕਸਲੀਆਂ ਦੇ ਕਿੰਨੇ ਗਰੁੱਪ ਬਣੇ ਹੋਏ ਨੇ ਜੀ। ਉਹ ਪਹਿਲਾਂ ਤੁਸੀਂ ਆਪ ਤਾਂ ਇਕੱਠੇ ਹੋ ਜਾਓ, ਵਰਕਰਾਂ ਨੂੰ ਤੁਸੀਂ ਬਾਅਦ 'ਚ ਇਕੱਠੇ ਕਰਿਓ। ਫਿਰ ਮਾਰਕਸ ਕਮਲਾ ਸੀਗਾ ਜਿਹੜਾ ਉਹ ਸੁਨੇਹਾ ਦੇ ਰਿਹਾ ਕਿ ਸਾਰੇ ਮਿਹਨਤਕਸ਼ ਦੁਨੀਆ ਦੇ ਇਕੱਠੇ ਹੋ ਜਾਓ, ਜੀ, ਹੱਦਾਂ ਬੰਨੇ ਟੱਪ ਕੇ ਇਕੱਠੇ ਹੋ ਜਾਓ। ਜੀ, ਉਹ ਕੋਈ ਐਡੀ ਸੌੜੀ ਸੋਚ ਦਾ ਵਿਅਕਤੀ ਹੋ ਸਕਦਾ? ਤੁਸੀਂ ਆਪ ਕਲਪਨਾ ਕਰੋ ਕਿ ਉਹ ਕਹੇ ਕਿ ਈਸਾਈ ਮਜ਼ਦੂਰ ਵੱਖਰੇ ਤੇ ਜਿਹੜੇ ਗੈਰ ਈਸਾਈ ਵੱਖਰੇ, ਜੀ, ਧਾਰਮਿਕ ਵੱਖਰੇ ਤੇ ਜਿਹੜੇ ਨਾਸਤਿਕ ਵੱਖਰੇ। ਕੋਈ ਇਸ ਤਰ੍ਹਾਂ ਦੁਫੇੜ ਕਰੂਗਾ ਉਹ ਵਿਅਕਤੀ ਜਿਹੜਾ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ? ਹਾਂ, ਬਿਨਾਂ ਸੋਚਿਆ ਸਮਝਿਆ, ਬਿਨਾਂ ਪੜ੍ਹਿਆ ਤੁਸੀਂ ਬਿਆਨ ਦਾਗ ਦਿੰਦੇ ਹੋ। ਇਹ ਤਾਂ ਗੱਲ ਕਾਮਨ ਸੈਂਸ ਦੀ ਗੱਲ ਹੈ ਕਿ ਅਸੀਂ ਆਪ ਕਹਿੰਦੇ ਹਾਂ ਕਿ ਜਿਹੜੀਆਂ ਚਰਚਾਂ ਜਾਂ ਧਾਰਮਿਕ ਸਥਾਨਾਂ ਦੇ ਸਟੇਟ ਵਿੱਚ ਇੰਨਾ ਕੁ ਵਖਰਿਆ ਹੋਣਾ ਚਾਹੀਦਾ। ਇਹ ਨਹੀਂ ਕਿ ਸਟੇਟ ਉਹਨਾਂ ਦੀ ਪੁਸ਼ਪਨਾਹੀ ਕਰੇ, ਬਿਲਕੁਲ, ਜਾਂ ਜਿਹੜਾ ਪੈਸਾ ਸਟੇਟ ਨੂੰ ਲਾਉਣਾ ਚਾਹੀਦਾ ਹਸਪਤਾਲਾਂ ਤੇ ਸਕੂਲਾਂ ਲਾਇਬ੍ਰੇਰੀਆਂ ਤੇ ਉਹ ਧਾਰਮਿਕ ਸਥਾਨਾਂ ਨੂੰ ਦਿੱਤਾ ਜਾਵੇ, ਜਾਂ ਉਹਨਾਂ ਦੇ ਟੈਕਸ ਛੋਟਾਂ ਦੇ ਦਿਓ ਜੋ ਮਰਜ਼ੀ ਕਰੀ ਜਾਣ। ਜੀ ਜੀ, ਇਹ ਤਾਂ ਗੱਲਾਂ ਕਾਮਨ ਸੈਂਸ ਦੀਆਂ ਗੱਲਾਂ ਨੇ ਜੀ। ਇਹ ਤੇ ਤੁਸੀਂ ਗੱਲ ਕਰੋ, ਕੌਣ ਰੋਕਦਾ ਤੁਹਾਨੂੰ ਗੱਲ ਕਰਨ ਤੇ? ਪਰ ਤੁਸੀਂ ਨਾਸਤਿਕ ਬਨਾਮ ਆਸਤਿਕ ਦੀ ਇੱਕ ਬਹਿਸ ਖੜੀ ਕਰਦੇ ਹੋ, ਵਿੱਚ ਮਾਰਕਸ ਨੂੰ ਲਿਆਓ, ਵਿੱਚ ਤੁਸੀਂ ਗੱਲ ਕਰੋ ਕਿ ਦੁਨੀਆ ਦੇ ਮਿਹਨਤ ਕਸ਼ ਇਕੱਠੇ ਹੋ ਜਾਓ। ਇਕੱਠੇ ਕਿਵੇਂ ਹੋਣਗੇ ਉਹ? ਜੇ ਤੁਸੀਂ ਗਾਤਰੇ ਵਾਲੇ ਵੱਖਰੇ ਕਰਤੇ, ਬਿਨਾਂ ਗਾਤਰੇ ਵਾਲੇ ਵੱਖਰੇ ਕਰਤੇ ਜੀ, ਤੇ ਫਿਰ ਇਕੱਠੇ ਕਿਵੇਂ ਹੋਣਗੇ ਉਹ? ਦੱਸੋ। ਮੈਂ ਸਮਝਦਾ ਕਿ ਇਸ ਮਾਰਕਸਵਾਦ ਦੇ ਉਸ ਸੁਨੇਹੇ ਨਾਲ ਵੀ ਇਹ ਖਿਲਵਾੜ ਆ, ਬਹੁਤ ਵੱਡੀ ਖਿਲਵਾੜ ਆ, ਤੇ ਉਸ ਦਾ ਨਤੀਜਾ ਭੁਗਤ ਰਹੇ ਆ। ਤਾਂ ਹੀ ਤਾਂ ਇਸ ਕਰਕੇ ਜਿਹੜੇ ਲੋਕ ਆ ਜਿਨ੍ਹਾਂ ਦਾ ਦੁਸ਼ਮਣ ਇੱਕ ਹੈ, ਜਿਹੜੇ ਕਿ ਫਾਸ਼ੀਵਾਦ ਦੀ ਕਦਰਾਂ ਕੀਮਤਾਂ ਨਾਲ ਲੜ ਰਹੇ ਨੇ, ਚਾਹੇ ਉਹ ਉਸ ਧਾਰਮਿਕ ਅਦਾਰੇ 'ਚ ਵਿਸ਼ਵਾਸ ਰੱਖਦੇ ਹੋਏ ਵੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ, ਜਾਂ ਫਿਰ ਸਮਾਜਵਾਦ ਦੇ ਵਿੱਚ ਜੁੜੇ ਹੋਏ ਸਮਰਪਿਤ ਕਰ ਰਹੇ ਨੇ, ਉਹ ਇਕੱਠੇ ਨਾ ਹੋ ਸਕੇ। ਜਦੋਂ ਅੱਜ ਦੇ ਸਮੇਂ ਅਸੀਂ ਮਾਰਕਸਵਾਦ ਬਨਾਮ ਫਾਸ਼ੀਵਾਦ ਜਿਹੜਾ ਕਿ ਅੱਜ ਭਾਰੂ ਹੋ ਰਿਹਾ ਦੁਨੀਆ 'ਚ ਗੱਲ ਕਰਦੇ ਹਾਂ, ਕਿਉਂਕਿ ਮਾਰਕਸ ਦਾ ਇਤਿਹਾਸ ਸਾਂਝਾ ਕਰ ਲੈਣਾ, ਉਹਨਾਂ ਦੀਆਂ ਕਿਤਾਬਾਂ ਦੀ ਗੱਲ ਕਰ ਲੈਣੀ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਅੱਜ ਦੇ ਸਮੇਂ ਜੋ ਸਿਲਸਿਲਾ ਚੱਲ ਰਿਹਾ ਉਸ ਨੂੰ ਚੁਣੌਤੀ ਦੇਣ ਵਾਲੇ ਲੋਕ ਉਹਨਾਂ ਹਕੂਮਤਾਂ ਦੇ ਖਿਲਾਫ ਨਹੀਂ ਚੱਲਣਗੇ। ਪਰ ਮੈਂ ਜਦੋਂ ਦੇਖਦਾ ਕਿ ਜਦੋਂ ਨਕਸਲਵਾਦ ਦਾ ਦੌਰ ਆਇਆ, ਜਿਸ ਦੇ ਵਿੱਚ ਬਹੁਤ ਸਾਰਾ ਪੰਜਾਬ ਦਾ ਵੀ ਇਤਿਹਾਸ ਹੈ ਜਾਂ ਪੱਛਮੀ ਬੰਗਾਲ ਤੋਂ ਲੈ ਕੇ ਦੇਸ਼ ਦਾ ਇਤਿਹਾਸ ਹੈ, ਉਸ ਦੇ ਭੇਟ ਬਹੁਤ ਲੋਕ ਚੜ੍ਹੇ। ਉਹਨਾਂ ਤੋਂ ਬਾਅਦ ਕੀ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਜਦੋਂ ਪੰਜਾਬ ਵਿੱਚ ਨੌਜਵਾਨੀ ਦਾ ਘਾਣ ਹੋਇਆ, ਉਦੋਂ ਸਰਕਾਰਾਂ ਦੇ ਨਾਲ ਸਮਝੌਤਾ ਕਰ ਲਿਆ, ਹਕੂਮਤਾਂ ਦਾ ਪੱਖ ਪੂਰਨਾ ਸ਼ੁਰੂ ਕਰ ਦਿੱਤਾ, ਸਟੇਟ ਦੇ ਹੱਥ ਠੋਕੇ ਬਣ ਗਏ, ਸਟੇਟ ਲਈ ਕੰਮ ਕੀਤਾ। ਤੇ ਜਦੋਂ ਸਟੇਟ ਉਹਨਾਂ ਨੌਜਵਾਨਾਂ ਦਾ ਕਤਲ ਕਰਦੀ ਸੀ, ਉਸ ਵੇਲੇ ਉਹਦੇ ਸੋਹਲੇ ਗਏ। ਤੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕਿ ਨੈਤਿਕ ਹੱਕ ਹੀ ਨਹੀਂ ਆਪਣੇ ਆਪ ਨੂੰ ਮਾਰਕਸਵਾਦੀ ਅਖਵਾਉਣ ਦਾ। ਉਹ ਗੱਲ ਅਸਲ ਹੈ ਕਿ ਇਸ ਦੇ ਉੱਤੇ ਇੱਕ ਸਟੱਡੀ ਜ਼ਰੂਰ ਹੋਣੀ ਚਾਹੀਦੀ ਜੀ। ਮੇਰਾ ਘੱਟੋ ਘੱਟ ਵਿਸ਼ਵਾਸ ਬਣਿਆ ਹੋਇਆ ਕਿ ਜਦੋਂ ਨਕਸਲਵਾੜੀ ਲਹਿਰ ਉੱਠੀ ਹੈ ਤੇ ਜਦੋਂ ਉਸਦੀ ਇੱਕ ਸਟੇਜ 'ਤੇ ਜਾ ਕੇ ਰੁਕ ਜਾਂਦੀ ਹੈ, ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਣਾ ਦਾ ਉਠਾਨ ਹੁੰਦਾ, ਉਹ ਬਹੁਤਾ ਲੰਮਾ ਸਮੇਂ ਦਾ ਅੰਤਰ ਨਹੀਂ ਗਾ ਵਾਲਾ। 70 ਤੇ 78 ਦੀ ਆਪਾਂ ਗੱਲ ਕਰ ਰਹੇ ਹਾਂ, 8 ਸਾਲ ਦਾ ਫਰਕ ਲਾ ਲਓ। 8 ਸਾਲਾਂ ਦੇ ਵਿੱਚ ਕਿਹੜੀਆਂ ਜ਼ਮੀਨੀ ਹਕੀਕਤਾਂ ਬਦਲ ਗਈਆਂ ਸੀਗੀਆਂ? ਨਾ ਤਾਂ ਕਿਸਾਨੀ ਸੰਕਟ ਦੂਰ ਹੋਇਆ ਸੀ, ਨਾ ਬੇਜ਼ਮੀਨੀ ਕਿਸਾਨਾਂ ਦਾ ਸੰਕਟ ਦੂਰ ਹੋਇਆ ਸੀ, ਨਾ ਮੱਧਵਰਗੀ ਕਿਸਾਨਾਂ ਦਾ ਸੰਕਟ ਦੂਰ ਹੋਇਆ ਸੀ। ਮਸਲੇ ਹੋਰ ਖੜੇ ਹੋ ਗਏ, ਜਿਹੜਾ ਪਾਣੀਆਂ ਦੀ ਵੰਡ ਦਾ ਮਸਲਾ ਵੀ ਇਹਦੇ ਨਾਲ ਜੁੜਿਆ ਹੋਇਆ। ਫਿਰ ਘੱਟ ਗਿਣਤੀ ਦੀ ਪਛਾਣ ਦਾ ਮਸਲਾ। ਨਕਸਲਵਾੜੀ ਲਹਿਰ ਵੇਲੇ ਇਸ ਗੱਲ ਨੂੰ ਬਹੁਤ ਜ਼ੋਰ ਦੇ ਕੇ ਕਿਹਾ ਜਾਂਦਾ ਕਿ ਬ੍ਰਾਹਮਣਵਾਦ ਭਾਰੂ ਹੋ ਰਿਹਾ ਔਰ ਛੋਟੀ ਛੋਟੀ ਘੱਟ ਗਿਣਤੀਆਂ ਬੇਚੈਨੀ ਮਹਿਸੂਸ ਕਰ ਰਹੀਆਂ ਨੇ। ਉਹਨਾਂ ਦੇ ਦਸਤਾਵੇਜ਼ਾਂ 'ਚ ਗੱਲਾਂ ਅੰਕਿਤ ਨੇ। ਫਿਰ ਕਿੱਥੇ ਖੁੰਝ ਗਏ ਅਸੀਂ? ਜਿਹੜਾ ਸਟੇਟ ਫਰਕ ਕਰ ਨਹੀਂ ਰਿਹਾ, ਉਹੀ ਸਟੇਟ ਜਦੋਂ ਬਲੂ ਸਟਾਰ ਆਪਰੇਸ਼ਨ ਕਰਦਾ, ਆਪਣਾ ਦਸਤਾਵੇਜ਼ ਕੱਢਦਾ, ਵਾਈਟ ਪੇਪਰ ਦੀ ਸ਼ੁਰੂਆਤ ਹੀ ਉਹ ਕਹਿੰਦਾ ਕਿ ਦਰਬਾਰ ਸਾਹਿਬ ਦੀ ਜਿਹੜੀ ਕਿਲ੍ਹੇਬੰਦੀ ਹੋਈ ਹੈ ਇਹ ਸਿੱਖ ਬੁਨਿਆਦ ਪ੍ਰਸਤਾਂ ਨੇ ਅਤੇ ਨਕਸਲੀਆਂ ਨੇ ਮਿਲ ਕੇ ਕੀਤੀ। ਯਾਨੀ ਸਟੇਟ ਕੋ ਵਖਰੇਵਾ ਨਹੀਂ ਕਰ ਰਿਹਾ। ਉਸੇ ਸਟੇਟ ਨੇ ਪਹਿਲਾਂ ਨਕਸਲੀਆਂ ਦੇ ਮੁਕਾਬਲੇ ਬਣਾਏ ਔਰ ਬਾਅਦ 'ਚ ਉਸੇ ਸਟੇਟ ਨੇ ਸਿੱਖਾਂ ਦੇ ਮੁਕਾਬਲੇ ਬਣਾਏ। ਫਿਰ ਕੀ ਵਜ੍ਹਾ ਸੀ ਕਿ ਨਕਸਲੀਏ ਅਤੇ ਖਾਲਿਸਤਾਨੀ ਇੱਕ ਦੂਜੇ ਦੇ ਵੈਰੀ ਹੋ ਨਿਬੜੇ? ਇਹਦਾ ਸਵਾਲ ਉਹਨਾਂ ਨੂੰ ਜਵਾਬ ਦੇਣੇ ਪੈਣੇ ਦੋਨਾਂ ਧਿਰਾਂ ਨੂੰ ਬਹਿ ਕੇ। ਫਿਰ ਜਿਹੜੀ ਇਸ ਲਗਾਤਾਰਤਾ ਸੀਗੀ ਕਿ ਸਟੇਟ ਦੀ ਭੂਮਿਕਾ ਅਤੇ ਉਸ ਤੋਂ ਬਾਅਦ ਲੋਕਾਂ ਦੇ ਉੱਤੇ ਜਿਸ ਕਿਸਮ ਦੇ, ਦੇਖੋ ਕਿਧਰੇ ਨਾ ਕਿਧਰੇ ਸਾਨੂੰ ਇਹ ਮੰਨਣਾ ਪੈਣਾ ਕਿ ਜਦੋਂ ਇੱਕ ਸਟੇਜ 'ਤੇ ਗਦਰ ਲਹਿਰ ਚੱਲੀ ਹੈ, ਫਿਰ ਬਾਅਦ ਬੱਬਰ ਅਕਾਲੀ ਲਹਿਰ 'ਚ ਉਹ ਲੋਕ ਗਏ ਨੇ। ਹਾਂਜੀ, ਜ਼ਮੀਨੀ ਹਕੀਕਤਾਂ ਨਹੀਂ ਸੀ ਬਦਲੀਆਂ। ਕਿ ਤੁਸੀਂ ਵੇਖੋ ਨਾ, ਇੱਕ ਸੈਕੂਲਰ ਲਹਿਰ ਤੋਂ ਸਿੱਧਾ ਧਾਰਮਿਕ ਲਹਿਰ ਨਾਲ ਜੁੜਨਾ, ਇੱਥੇ ਵੀ ਉਸ ਸਾਨੂੰ ਗੱਲ ਨੂੰ ਸਮਝਣਾ ਪਊਗਾ। ਕਿਉਂਕਿ ਨਕਸਲੀ ਲਹਿਰ ਵਿੱਚ ਵੀ ਕਿਸਾਨਾਂ ਦੇ ਮੁੰਡੇ ਸੀ,
ਜਿਹੜੀ ਮਗਰੋਂ ਖਾਲਿਸਤਾਨ ਦੀ ਲਹਿਰ ਚੱਲੀ ਹੈ, ਸਿੱਖ ਲਹਿਰ, ਉਹਦੇ 'ਚ ਵੀ ਕਿਸਾਨਾਂ ਦੇ ਮੁੰਡੇ ਸੀਗੇ ਜੀ। ਉਹ ਕੀ ਕਾਰਨ ਸੀਗੇ? ਸੋ ਉਹ ਇਸ਼ੂ ਹੈਂਡਲ ਨਹੀਂ ਹੋਏ। ਉਹ ਜਵਾਬ ਮੰਗਦੇ ਅੱਜ ਵੀ। ਉੱਤੇ ਸਟੱਡੀ ਹੋਣੀ ਚਾਹੀਦੀ। ਸਟੱਡੀ ਹੋਣ ਦੀ ਥਾਂ ਤੇ ਹੋ ਕੀ ਰਿਹਾ, ਅਸੀਂ ਉਹ ਪਾਲਾਬੰਦੀ 'ਚ ਪਏ ਹੋਏ ਜੀ। ਉਹਨੇ ਨੁਕਸਾਨ ਬਹੁਤ ਕੀਤਾ। ਅੱਜ ਵੇਖ ਲਓ, ਅੱਜ ਇੱਕ ਪਾਸੇ ਸਰਕਾਰ ਮਾਓਇਸਟਾਂ ਦਾ ਰਗੜਾ ਲਾ ਰਹੀ, ਦੂਜੇ ਪਾਸੇ ਮੁਸਲਮਾਨਾਂ ਦਾ ਲਾ ਰਹੀ ਹੈ। ਮੁਸਲਮਾਨਾਂ ਨੂੰ ਵੀ ਨਿਸ਼ਾਨੇ 'ਤੇ ਰੱਖਿਆ, ਮਾਓਇਸਟਾਂ ਨੂੰ ਵੀ ਰੱਖਿਆ ਹੋਇਆ। ਇਹੀ ਸਿਨੈਰੀਓ ਅੱਜ ਤੋਂ ਪਿੱਛੇ ਲੈ ਜਾਓ, ਉਹੀ ਸਟੇਟ ਸਿੱਖਾਂ ਔਰ ਨਕਸਲੀਆਂ ਦਾ ਵੀ ਸ਼ਿਕਾਰ ਖੇਡ ਰਹੀ ਹੈ। ਸਟੇਟ ਦੇ ਖਿਲਾਫ ਕਦੋਂ ਲੋਕ ਇਕੱਠੇ ਹੋਣਗੇ, ਕਿਸ ਸਟੇਜ 'ਤੇ ਜਾ ਕੇ ਵਿਚਾਰਾਂ ਹੋਣਗੀਆਂ? ਜਿਹੜੇ ਆਪਸ 'ਚ ਵੈਰੀ ਹੋਣ ਦੀ ਥਾਂ ਤੇ ਉਹਨਾਂ ਨੂੰ ਸਟੇਟ ਦਾ ਵੈਰੀ ਹੋਣਾ ਚਾਹੀਦਾ ਸੀਗਾ ਜੀ। ਉੱਥੇ ਕਿਧਰੇ ਨਾ ਕਿਧਰੇ ਖੁੰਝ ਗਏ ਨੇ ਸਾਰੇ। ਉੱਥੇ ਕੋਈ ਨਾ ਕੋਈ ਬੇਈਮਾਨੀ ਹੋਈ ਹੈ ਔਰ ਸੰਵਾਦ ਦੀ ਬਹੁਤ ਵੱਡੀ ਘਾਟ ਰਹੀ ਹੈ, ਜਿਸ ਤੇ ਅੱਜ ਵੀ ਕੋਈ ਮਿੱਟਾ ਨਾਲ ਵਿਚਾਰ ਨਹੀਂ ਹੋ ਰਿਹਾ। ਇਹ ਅਫਸੋਸ ਦੀ ਗੱਲ, ਬੜੀ ਵੱਡੀ ਜਿਹੜੀ ਗੱਲ ਹੈ, ਜਿਸ ਦੇ ਵਿੱਚ ਸਾਰਾ ਕਾਰਲ ਮਾਰਕਸ ਦਾ ਨੁਕਤਾ ਜਾਂ ਸਿਧਾਂਤ ਜੁੜਿਆ ਹੋਇਆ ਕਿ ਦੁਨੀਆ ਦੇ ਮਿਹਨਤਕਸ਼ੋ ਜਾਂ ਸੰਘਰਸ਼ੀ ਲੋਕੋ ਇਕੱਠੇ ਹੋ ਜਾਓ। ਆਹ ਜਿਹੜੇ ਇਕੱਠੇ ਹੋਣ ਦੀ ਥਾਂ ਤੇ ਆਹ ਜਿਹੜਾ ਹਾਲਾਤ ਆ, ਇਹ ਜਿਸ ਹਿਸਾਬ ਦਾ ਵਿਰੋਧ ਆ, ਹੁਣ ਤੁਸੀਂ ਦੇਖੋ ਕਿ ਇੱਕ ਆਪਣੇ ਆਪ ਨੂੰ ਮਾਰਕਸਵਾਦੀ ਅਖਵਾਉਣ ਵਾਲਾ, ਜਦੋਂ ਪੰਜਾਬ ਦੀ ਜਵਾਨੀ ਦਾ, ਸਿੱਖ ਜਵਾਨੀ ਦਾ ਜਿਹੜਾ ਉਸ ਵੇਲੇ ਅਤਿਆਚਾਰ ਉਹਨਾਂ 'ਤੇ ਕਰ ਰਿਹਾ KPS ਗਿੱਲ ਵਰਗਾ, ਅਤੇ ਉਸ ਵੇਲੇ ਉਹ ਲੋਕ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਅਸੀਂ ਪੱਕੇ ਕੱਟੜ ਜਿਹੜੇ ਮਾਰਕਸਵਾਦੀ ਨੇ, ਉਹ ਇਹ ਕਹਿ ਰਹੇ ਨੇ KPS ਗਿੱਲ ਦੀ ਪਿੱਠ ਠੋਕ ਕੇ ਕਹਿ ਰਹੇ ਨੇ ਕਿ ਬੜਾ ਵਧੀਆ ਬੰਦਾ, ਉਹਦੇ ਮਰਨ 'ਤੇ ਉਹਦੇ ਕਸੀਦੇ ਪੜ੍ਹ ਰਹੇ ਨੇ। ਉਹੀ ਜਦੋਂ ਕਿਤੇ ਜਸਟਿਸ ਕੁਲਦੀਪ ਸਿੰਘ ਵਰਗੇ ਇਹ ਕਹਿੰਦੇ ਨੇ ਪੀਪਲਸ ਕਮਿਸ਼ਨ ਬਣਾਉਂਦੇ ਨੇ, ਅਤੇ ਉਹਨਾਂ ਦੀ ਗੱਲ ਕਰਕੇ ਕਹਿੰਦੇ ਕਿ ਅਸੀਂ ਆਵਾਜ਼ ਦੇਈਏ ਅਤੇ ਦੇਸ਼ ਭਗਤੀ ਯਾਦਗਾਰ ਹਾਲ ਨੂੰ ਜਾ ਕੇ ਕਿਰਾਏ 'ਤੇ ਲੈ ਕੇ ਉੱਥੇ ਉਹ ਸੰਵਿਧਾਨਿਕ ਤੌਰ 'ਤੇ ਉਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ, ਤਾਂ ਕਹਿੰਦੇ ਨੇ ਕਿ ਨਹੀਂ, ਇਹ ਠੀਕ ਨਹੀਂ, ਤੁਸੀਂ ਇਹਨੂੰ ਬੰਦ ਕਰੋ। ਹਕੂਮਤ ਦਾ ਪੱਖ ਪੂਰਦੇ ਹੋਏ, ਪੁਲਿਸ ਦੇ ਹੱਕ ਦੇ ਵਿੱਚ ਖੜ੍ਹਦੇ ਹੋਏ, ਪੁਲਿਸ ਦੇ ਜ਼ੁਲਮ ਨੂੰ ਤਫਸੀਹ ਦਿੰਦੇ ਹੋਏ ਆਪਣੇ ਨਾਲ ਜੁੜ ਕੇ, ਅਤੇ ਕਹਿੰਦੇ ਨੇ ਕਿ ਇਹ ਵਾਪਸ ਕਰੋ, ਕਿਉਂਕਿ ਇਹਨਾਂ ਨਾਲ ਪੁਲਿਸ ਦਾ ਜਿਹੜਾ ਮੋਰਲ ਹੈ ਉਹ ਡਿੱਗੇਗਾ। ਸੋ ਕਿੱਥੇ ਵੱਡੀ ਇੱਕ ਐਡਾ ਵੱਡਾ ਜਿਹੜਾ ਸੰਕਟ ਹੈ, ਉਸ ਨੂੰ ਖੁਦ ਉਸ ਦਾ ਹਥਿਆਰ ਬਣ ਰਹੇ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਊਗੀ ਕਿ ਤੁਸੀਂ ਜਿਵੇਂ ਹੁਣ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਵਾਲਿਆਂ ਨੇ ਉਹਨਾਂ ਨੂੰ ਕੁਲਦੀਪ ਸਿੰਘ ਨੂੰ ਨਾਂਹ ਕਰਤੀ ਜੀ, ਅਤੇ ਪਿੱਛੇ BJP ਲੀਡਰ ਦੀ ਤਾਜਪੋਸ਼ੀ ਹੋਈ ਹੈ, ਉਹਨਾਂ ਨੂੰ ਤਾਂ ਬੜੀ ਛੇਤੀ ਹਾਂ ਕਰਤੀ। ਉਸ ਤੋਂ ਪਹਿਲਾਂ RSS ਦਾ ਸਮਾਗਮ ਹੋਇਆ, ਉਦੋਂ ਵੀ ਕਿਹਾ ਆਓ ਜੀ ਆਓ ਜੀ। ਇਸ ਤੋਂ ਵੱਡੀ ਹੋਰ ਘਟੀਆ ਗੱਲ ਹੋਰ ਕਿਹੜੀ ਹੋ ਸਕਦੀ ਹੈ? ਔਰ ਸੀਤਾਰਾਮ ਯੈਚੁਰੀ, ਮਾਰਕਸਵਾਦੀ ਪਾਰਟੀ ਦਾ ਐਡਾ ਵੱਡਾ ਲੀਡਰ, KPS ਗਿੱਲ ਚਲਾਣੇ 'ਤੇ ਇਹ ਕਹਿ ਰਿਹਾ ਕਿ ਸਾਡੇ ਨਾਲ ਪਿਆਰ ਹੀ ਬੜਾ ਸੀ ਗਿੱਲ ਸਾਹਿਬ ਦਾ। ਉਹ ਕਹਿੰਦੇ ਜਿਹੜਾ ਕੰਮ ਅਸੀਂ ਵਰਦੀਆਂ 'ਚ ਕਰਦੇ ਹਾਂ, ਤੁਸੀਂ ਵਰਦੀਆਂ ਤੋਂ ਬਾਹਰ ਕਰਦੇ ਹੋ। ਕਿਸੇ ਕਾਮਰੇਲੀ 'ਤੇ ਡੁੱਬ ਕੇ ਮਰਨ ਵਾਲੀ ਗੱਲ ਸੀ। ਬੰਗਾਲ ਦੇ ਵਿੱਚ ਜਿੱਥੇ ਕਮਿਊਨਿਸਟਾਂ ਦਾ ਰਾਜ ਸੀ ਜੀ, ਉੱਥੇ ਪੰਜਾਬ ਪੁਲਿਸ ਦਾ ਇੱਕ ਹੈਲੀਕਾਪਟਰ ਗਿਆ ਕਿਸੇ ਮਿਲੀਟੈਂਟ ਨੂੰ ਫੜਨ ਵਾਸਤੇ, ਉਹਦਾ ਮੁਕਾਬਲਾ ਬਣਾਤਾ ਉੱਥੇ। ਜਦੋਂ ਪਤਾ ਲੱਗਾ ਬੰਗਾਲ ਸਰਕਾਰ ਨੂੰ, ਹੈਲੀਕਾਪਟਰ ਰੋਕ ਲਿਆ, ਪੁਲਿਸ ਵਾਲੇ ਵੀ ਫੜਦੇ ਕਿ ਸਾਡੀ ਹੱਦ ਅੰਦਰ ਤੁਸੀਂ ਵੜੇ ਕਿਵੇਂ। ਉਸ ਤੋਂ ਬਾਅਦ ਯੈਚੁਰੀ ਉਸੇ ਸਪੀਚ 'ਚ ਇਹ ਗੱਲ ਮੰਨਦਾ ਕਿ ਸਾਨੂੰ ਵਿੱਚ ਪੈਣਾ ਪਿਆ ਤਾਂ ਜਾ ਕੇ ਛੜਈਆ ਹੋਇਆ ਉਹਨਾਂ ਲੋਕਾਂ ਦਾ। ਹੁਣ ਤੁਸੀਂ ਦੱਸੋਗੇ ਇਹਨਾਂ ਗੱਲਾਂ ਦੇ ਆਪਾਂ ਕੀ ਅਰਥ ਕੱਢੀਏ? ਤੁਹਾਡੇ ਨਾਲੋਂ ਤਾਂ ਹੇਮੰਤ ਕਰਕਰੇ ਚੰਗਾ ਸੀਗਾ ਵਰਦੀ ਦੇ ਵਿੱਚ, ਹਿੰਦੂ ਭਾਈਚਾਰੇ ਦਾ ਇਮਾਨਦਾਰ ਪੁਲਿਸ ਅਫਸਰ ਜਿਹਨੇ ਹਿੰਦੂਤਵੀ ਦਹਿਸ਼ਤਗਰਦਾਂ ਦੀ ਪੈੜ ਕੱਢੀ। ਉਹਦੇ ਕੋਲ ਇੱਕ ਵਾਰੀ ਮਹਾਰਾਸ਼ਟਰ ਦੇ ਵਿੱਚ ਖਾਲਿਸਤਾਨੀ ਮਿਲੀਟੈਂਟ ਉਹਦੇ ਹੱਥ ਆ ਗਿਆ, ਉਹਨੂੰ ਫੜ ਲਿਆ ਗਿਆ ਔਰ ਬਾਅਦ 'ਚ ਪੰਜਾਬ ਪੁਲਿਸ ਦੇ ਸਪੁਰਦ ਕੀਤਾ ਗਿਆ। ਕਰਕਰੇ ਨੂੰ ਪੁੱਛਿਆ ਉਸਦੇ ਕੁਲੀਗ ਨੇ ਕਿ ਮੁਕਾਬਲਾ ਬਣਾ ਦੇਣਾ ਸੀਗਾ, ਕਹਿੰਦਾ ਅਸੀਂ ਲੋਕਾਂ ਦਾ ਸ਼ਿਕਾਰ ਖੱਡਣ ਵਾਲੇ ਲੋਕ ਨਹੀਂ, ਸਾਡਾ ਕੰਮ ਹੈ ਵਿਅਕਤੀ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਪੇਸ਼ ਕਰਨਾ। ਅਸੀਂ ਲੋਕਾਂ ਦੇ ਕਤਲ ਕਰਨ ਵਾਲੇ ਲੋਕ ਨਹੀਂ ਗੇ, ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ, ਇਨਸਾਫ ਦਿਵਾਉਣ ਵਾਲੇ ਲੋਕ ਹਾਂ। ਤੁਹਾਡੇ ਨਾਲੋਂ ਤਾਂ ਹਿੰਮਤ ਕਰਕਰੇ ਚੰਗਾ ਨਿਕਲਿਆ। ਤੁਸੀਂ ਉਸ ਤੋਂ ਕੁਛ ਸਿੱਖ ਲਓ, ਨਹੀਂ ਤਾਂ ਉਹਨੂੰ ਕਿਸੇ ਉਹ ਵੀ ਖਾਲਿਸਤਾਨੀ ਮਿਲੀਟੈਂਟ ਉਹਦੇ ਹੱਥ 'ਚ ਆਇਆ ਸੀਗਾ, ਮਾਰ ਦਿੰਦਾ। ਸਾਰੇ ਦੇਸ਼ ਦੀ ਤਾਂ ਰਾਏ ਬਣੀ ਹੋਈ ਸੀ ਕਿ ਇਸ ਲਹਿਰ ਨੂੰ ਖਤਮ ਕੀਤਾ ਜਾਵੇ। ਹਿੰਮਤ ਕਰਕਰੇ ਵੀ ਕਰ ਸਕਦਾ ਸੀ, ਕਰਕਰੇ ਨੇ ਇਨਸਾਫ ਕੀਤਾ। ਔਰ ਬਾਅਦ 'ਚ ਵੇਖ ਲਓ, ਕਰਕਰੇ ਨੇ ਹਿੰਦੂਤਵੀ ਦਹਿਸ਼ਤਗਰਦਾਂ ਦੀ ਵੀ ਪੈੜ ਕੱਢੀ ਹੈ ਜੀ। ਸੋ ਦੇਸ਼ ਭਗਤ ਯਾਦਗਾਰ ਹਾਲ ਬਣਿਆ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਹੈ ਨਹੀਂ, ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਕੁਲਦੀਪ ਸਿੰਘ ਨੂੰ ਨਾਂ ਦੇ ਰਹੇ ਨੇ ਤੇ BJP ਵਾਲਿਆਂ ਨੂੰ ਕਹਿ ਰਹੇ ਨੇ ਆਓ ਤੁਹਾਡੀ ਅਸੀਂ ਆਓ ਭਗਤ ਕਰਾਂਗੇ, ਔਰ ਕਹਿਣ ਨੂੰ ਕਹਿ ਰਹੇ CA ਦੇ ਖਿਲਾਫ ਖੜੇ ਹਾਂ, ਅਸੀਂ ਜਨਸੰਘ ਦੇ ਖਿਲਾਫ ਖੜੇ ਹਾਂ, ਅਸੀਂ ਫਿਰਕਾਪ੍ਰਸਤੀ ਦੇ ਖਿਲਾਫ ਖੜੇ ਹਾਂ। ਸੋ ਫਿਰਕਾਪ੍ਰਸਤੀ ਦੇ ਵੀ ਤੁਹਾਡੇ ਦੋਹਰੇ ਮਾਪਦੰਡ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਸੋ ਇਹ ਤਾਂ ਕੋਈ ਮਾਰਕਸਵਾਦ ਨਾ ਹੋਇਆ, ਇਹ ਤਾਂ ਮਾਰਕਸਵਾਦ ਨੂੰ ਪਿੱਠ ਦੇਣ ਵਾਲੀ ਗੱਲ ਹੀ ਹੋਈ। ਗੁਰਪ੍ਰੀਤ ਸਿੰਘ ਜੀ, ਜਿਹੜੇ ਅਖੀਰ ਦੇ ਵਿੱਚ 2-3 ਨੁਕਤੇ ਖਾਸ ਤੌਰ 'ਤੇ ਜਿਹੜਾ ਮਾਰਕਸਿਜ਼ਮ ਦੀ ਗੱਲ ਕਰਦੇ ਹਾਂ, ਸਮਾਂ ਐਸਾ ਆਇਆ ਕਿ ਉਸ ਤੋਂ ਬਾਅਦ ਜਿਹੜਾ ਮਾਰਕਸ ਦੀ ਸੋਚ ਸੀ 1883 ਦੇ ਵਿੱਚ ਉਹਨਾਂ ਦੇ ਚਲਾਣੇ ਤੋਂ ਮਗਰੋਂ, ਜਿਸ ਤਰੀਕੇ ਨਾਲ ਦੁਨੀਆ ਦੇ ਚਿੰਤਕਾਂ ਨੇ, ਜਿਨ੍ਹਾਂ 'ਚ ਲੈਨਨ ਨੇ ਮੋਹਰਲੀ ਕਤਾਰ 'ਚ ਅੱਗੇ ਹੋ ਕੇ
ਰੂਸ ਦੇ ਵਿੱਚ ਜਿਹੜਾ ਇਨਕਲਾਬ ਆਉਣ ਤੋਂ ਬਾਅਦ ਉਸ ਤੋਂ ਸੱਤਾ ਤਬਦੀਲੀ ਕੀਤੀ, ਫਿਰ ਇਸ ਤਰ੍ਹਾਂ ਕਈ ਮੁਲਕਾਂ 'ਚ ਹੋਰ ਵੀ ਅਸਰ ਪਿਆ। ਪਰ ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਐਸੀਆਂ ਜਿਹੜੀਆਂ ਉਸ ਸਿਧਾਂਤ ਤੇ ਵਿਹਾਰ ਦੀਆਂ ਊਣਤਾਈਆਂ ਜਿਨ੍ਹਾਂ 'ਚ ਅਸੀਂ ਭਾਰਤ ਦੇ ਪ੍ਰਸੰਗ 'ਚ ਤਾਂ ਖੁੱਲ੍ਹੀ ਗੱਲ ਕਰ ਲਈ ਹੈ ਤੇ ਸੱਚ ਸਾਹਮਣੇ ਆ ਗਿਆ ਕਿ ਕਾਰਨ ਕੀ ਆ, ਵਜ੍ਹਾ ਕੀ ਆ, ਕਿੱਥੇ ਕਿੱਥੇ ਬੇਈਮਾਨੀ ਹੋਈ ਹੈ। ਪਰ ਜੇ ਅੰਤਰਰਾਸ਼ਟਰੀ ਮੰਚ ਤੇ ਦੇਖੀਏ, ਜਿਨ੍ਹਾਂ ਮੁਲਕਾਂ ਦੇ ਵਿੱਚ ਉਹ ਰਾਜ ਸੱਤਾ ਦੀ ਤਬਦੀਲੀ ਆਈ ਤੇ ਮਾਰਕਸਵਾਦ ਲਾਗੂ ਹੋਇਆ, ਉਸ ਤੋਂ ਬਾਅਦ ਉਸ ਦੇ ਵਿੱਚ ਕੇਂਦਰੀਕਰਨ ਸੱਤਾ ਦਾ ਕਰਨ ਕਰਕੇ ਜਾਂ ਆਇਡੈਂਟੀਜ਼ ਨਿੱਕੇ ਨਿੱਕੇ ਭਾਈਚਾਰਿਆਂ ਦੀ ਉਹਨਾਂ ਨੂੰ ਰੋਲਣ ਦੇ ਕਰਕੇ ਜਾਂ ਕਿਸੇ ਹੋਰ ਤਾਕਤਾਂ ਕਰਕੇ ਉਹ ਟੁੱਟਦਾ ਗਿਆ ਉਹ ਦੇਸ਼। ਰਸ਼ੀਆ ਦੀ ਜੋ ਹਾਲਤ ਹੋਈ ਜਾਂ ਬਾਕੀ ਸਾਰਿਆਂ ਤੋਂ, ਇਹਦਾ ਫੇਲ ਹੋਣ ਦਾ ਕਾਰਨ ਜਿੱਥੇ ਜਿੱਥੇ ਹੋਇਆ ਉਹ ਕੀ ਸੀ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਤਾਂ ਰੂਸ ਵੱਡਾ ਬਹੁਤ ਸੀਗਾ ਜੀ, ਦੂਜਾ ਇਹ ਕਿ ਵੀ ਉਹਦੇ 'ਚ ਵੀ ਜਿਵੇਂ ਭਾਈਚਾਰਕ ਤੌਰ 'ਤੇ ਛੋਟੇ ਛੋਟੇ ਇਲਾਕੇ ਸੀਗੇ, ਉਹਨਾਂ ਦੇ ਵੱਖਰੇ ਵੱਖਰੇ ਸਰੂਪ ਸੀ ਉਹਨਾਂ ਦੇ, ਸੋ ਉਹਨਾਂ ਦੀ ਆਪਣੀਆਂ ਕੁਝ ਉਮੰਗਾਂ ਸੀਗੀਆਂ। ਕਿਧਰੇ ਨਾ ਕਿਧਰੇ ਜਦੋਂ ਡਿਕਟੇਟਰ ਰੁਚੀਆਂ ਆਉਂਦੀਆਂ ਨੇ, ਬਹੁਤੀ ਦੇਰ ਤੁਸੀਂ ਚੱਲ ਨਹੀਂ ਸਕਦੇ ਇਸ ਤਰ੍ਹਾਂ, ਜੋ ਹੁਣ ਵੀ ਇਹ ਨਤੀਜੇ ਆਉਣੇ ਆ ਫਾਸ਼ੀਵਾਦ ਦੇ। ਫਿਰ ਜਿਹੜੇ ਰੂਸ ਨੇ ਜਿਹੜਾ ਇੱਕ ਗੱਲ ਸਾਨੂੰ ਮੰਨੋ ਚਾਹੇ ਨਾ ਮੰਨੋ ਕਿ ਜਿਹੜਾ ਅਫਗਾਨਿਸਤਾਨ 'ਚ ਉਹਨਾਂ ਦੀ ਮੁਦਾਖਲਤ ਸੀਗੀ ਉਹ ਬਿਲਕੁਲ ਬੇਵਜ੍ਹਾ ਤੇ ਬੇਲੋੜੀ ਸੀਗੀ, ਚਾਹੇ ਕਿਸੇ ਨੂੰ ਗੱਲ ਚੰਗੀ ਲੱਗੇ ਚਾਹੇ ਮਾੜੀ ਲੱਗੇ। ਅਸੀਂ ਕਹਿੰਦੇ ਹਾਂ ਕਿ ਤੁਸੀਂ ਕਿਸੇ ਵੀ ਦੇਸ਼ 'ਚ ਕੈਪੀਟਲਿਜ਼ਮ ਲਾਗੂ ਨਹੀਂ ਕਰ ਸਕਦੇ। ਜਿਵੇਂ ਅਮਰੀਕਾ ਦੀ ਕੋਸ਼ਿਸ਼ ਰਹੀ ਹੈ ਕਿ ਫਲਾਣੇ ਦੇਸ਼ 'ਤੇ ਕਬਜ਼ਾ ਕਰੋ, ਉੱਥੇ ਕੈਪੀਟਲਿਜ਼ਮ ਲਾਗੂ ਕਰੋ, ਇਸੇ ਤਰ੍ਹਾਂ ਕਮਿਊਨਿਜ਼ਮ ਵੀ ਇੱਦਾਂ ਲਾਗੂ ਨਹੀਂ ਹੋ ਸਕਦਾ। ਕੋਈ ਵੀ ਫਿਲਾਸਫੀ, ਕੋਈ ਵੀ ਵਿਚਾਰਧਾਰਾ ਅੰਦਰੂਨੀ ਤੌਰ 'ਤੇ ਲੋਕ ਉਸ ਨੂੰ ਅਪਣਾਉਂਦੇ ਨੇ, ਉਸ ਦੇ ਨਾਲ ਜੁੜਦੇ ਨੇ, ਤੁਸੀਂ ਕਿਸੇ 'ਤੇ ਠੋਸ ਨਹੀਂ ਸਕਦੇ। ਜੇ ਤੁਸੀਂ ਕਹੋ ਜੀ ਅਸੀਂ ਕਮਿਊਨਿਸਟ ਮੂਵਮੈਂਟ ਨੂੰ ਉੱਥੇ ਕਮਿਊਨਿਸਟ ਵਿਚਾਰਧਾਰਾ ਨੂੰ ਲਾਗੂ ਕਰਨਾ ਜਾ ਕੇ ਉੱਥੇ ਸੂਟਕੇਸ 'ਚ ਪਾ ਕੇ ਲੈ ਜਾ ਕੇ, ਉਹ ਨਹੀਂ ਗੱਲ ਬਣ ਸਕਦੀ। ਅਫਗਾਨਿਸਤਾਨ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਕਮਿਊਨਿਸਟਾਂ ਨੂੰ ਵੀ, ਔਰ ਬਾਅਦ 'ਚ ਅਮਰੀਕਾ ਵਾਲੇ ਹੁਣ ਤੱਕ ਉਹਨਾਂ ਦੀ ਕਸਰਾਂ ਕਢਾਤੀਆਂ। ਉਹ ਜਿੱਦਾਂ ਰਹਿਣਾ ਚਾਹੁੰਦੇ ਉਹਨਾਂ ਨੂੰ ਰਹਿਣ ਦਿਓ, ਉਹਨਾਂ ਦੀ ਵੈਸੇ ਮਦਦ ਕਰੋ, ਹੋਰ ਬੜੇ ਤਰੀਕੇ ਨੇ, ਪਰ ਤੁਸੀਂ ਕਹੋ ਜੀ ਅਸੀਂ ਕਬਜ਼ਾ ਕਰਾਂਗੇ। ਸੋ ਇਸ ਤਰ੍ਹਾਂ ਦੀਆਂ ਊਣਤਾਈਆਂ ਕਰਕੇ ਤੁਸੀਂ ਇੱਧਰ ਉੱਧਰ ਮੂੰਹ ਮਾਰੋ, ਆਪਣਾ ਬਜਟ ਉੱਥੇ ਲਾਓ, ਕਿਧਰੇ ਨਾ ਕਿਧਰੇ ਤਾਂ ਉਸ ਨਾਲ ਕੰਟਰਡਿਕਸ਼ਨਾਂ ਦਾ ਨੁਕਸਾਨ ਤਾਂ ਰਸ਼ੀਆ ਨੂੰ ਹੋਣਾ ਹੀ ਸੀ ਨਾ। ਇਸ 'ਚ ਕੋਈ ਸ਼ੱਕ ਨਹੀਂ ਕਿ ਥੋੜ੍ਹਾ ਵਖਰੇਵਾ ਤੁਹਾਨੂੰ ਕਰਨਾ ਪਏਗਾ। ਠੀਕ ਹੈ, ਚੀਨ ਦੇ ਵਿੱਚ ਤਾਨਾਸ਼ਾਹੀ ਵਾਲਾ ਮਾਹੌਲ ਰਿਹਾ, ਕੋਈ ਡਿਨਾਈ ਨਹੀਂ ਕਰਦਾ। ਕਿਊਬਾ ਦੇ ਵਿੱਚ ਵੀ ਧੱਕੇਸ਼ਾਹੀ ਹੁੰਦੀ ਰਹੀ ਹੈ, ਪਰ ਸਾਡੇ ਥੋੜ੍ਹਾ ਵਖਰੇਵਾ ਕਰਨਾ ਪੈਣਾ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਹੋਰ ਬੜੀਆਂ ਚੀਜ਼ਾਂ ਹੋਈਆਂ। ਹੁਣ ਕਿਊਬਾ ਦੇ ਵਿੱਚ ਮਿਸਾਲ ਦੇ ਤੌਰ 'ਤੇ ਪੂਰਾ ਜ਼ੋਰ ਲਾਇਆ ਕਿ ਮੈਡੀਕਲ ਸਾਇੰਸਿਸ ਦੇ ਉੱਤੇ ਵਿੱਦਿਆ ਫਰੀ ਹੈ, ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ। ਕੈਨੇਡਾ 'ਚ ਅਸੀਂ ਆਸ ਕਰ ਸਕਦੇ ਹਾਂ? ਇੱਥੇ ਤਾਂ ਹਾਇਰ ਐਜੂਕੇਸ਼ਨ ਮਹਿੰਗੀ ਕਿੰਨੀ ਹੋ ਗਈ ਹੈ, ਬੱਚੇ ਅੱਜ ਭੇਜਣੇ ਪੈਣ ਯੂਨੀਵਰਸਿਟੀ, ਤੁਹਾਡੀ ਬੁਰੀ ਹਾਲਤ ਹੋ ਜਾਂਦੀ ਹੈ। ਬਿਲਕੁਲ। ਪਰ ਕਿਊਬਾ ਦੇ ਵਿੱਚ ਫਰੀ ਐਜੂਕੇਸ਼ਨ ਆ, ਕਿਊਬਾ ਦੇ ਵਿੱਚ ਤੁਹਾਨੂੰ ਇਲਾਜ ਫਰੀ ਆ। ਆਹ ਗੱਲਾਂ ਸਾਨੂੰ ਵੇਖਣੀਆਂ ਪੈਣਗੀਆਂ। ਸੋ ਕਈ ਵਾਰੀ ਕੀ ਹੁੰਦਾ ਕਿ ਨਾ ਇਨਸਾਫੀ ਉੱਥੇ ਹੁੰਦੀ ਕਿ ਅਸੀਂ ਦੋਨਾਂ ਨੂੰ ਬਰਾਬਰ ਖੜਾ ਕਰ ਦਿੰਦੇ ਕਿ ਕਿਊਬਾ ਵੀ ਇਹੋ ਜਿਹਾ, ਅਮਰੀਕਾ ਵੀ ਇਹੋ ਜਿਹਾ, ਰੂਸ ਵੀ ਇਹੋ ਜਿਹਾ, ਚੀਨ ਵੀ ਇਹੋ ਜਿਹਾ। ਨਾ, ਇਸ ਤਰ੍ਹਾਂ ਨਹੀਂ ਹੈ। ਚੀਨ ਦੇ ਵਿੱਚ ਧੱਕੇਸ਼ਾਹੀ ਦੇ ਬਾਵਜੂਦ ਉੱਥੇ ਸਮਾਜਵਾਦ ਫਿਰ ਵੀ ਚੱਲ ਰਿਹਾ, ਪਰ ਉਹ ਗੱਲ ਵੱਖਰੀ ਹੈ ਕਿ ਉੱਥੇ ਉਈਗੁਰ ਭਾਈਚਾਰੇ ਨਾਲ ਜਾਤੀਆਂ ਹੋ ਰਹੀਆਂ ਪਛਾਣ ਦੇ ਆਧਾਰ 'ਤੇ, ਜਿਹੜੀ ਕਿ ਬਿਲਕੁਲ ਵੀ ਸਹਿਣਯੋਗ ਨਹੀਂ। ਬਿਲਕੁਲ ਸਹੀ। ਸੋ ਉਸ 'ਤੇ ਕਮਿਊਨਿਸਟਾਂ ਦੇ ਗਿਲਾ ਵੀ ਆਉਂਦਾ ਕਿ ਤੁਸੀਂ ਤਾਂ, ਤੁਹਾਡੇ 'ਚ ਤਾਂ ਬਿਲਕੁਲ ਤੁਹਾਡੇ ਨਿਜ਼ਾਮ ਥੱਲੇ ਤਾਂ ਇਸ ਕਿਸਮ ਦੀ ਗੱਲ ਹੋਣੀ ਨਹੀਂ ਚਾਹੀਦੀ ਜੀ। ਹੁਣ ਮੈਂ ਕਿਊਬਾ ਗਿਆ, ਮੈਨੂੰ ਦੁੱਖ ਲੱਗਾ ਇਸ ਗੱਲ ਦਾ। ਇੱਕ ਸਿਆਹ ਨਸਲ ਦੀ ਔਰਤ ਮੈਨੂੰ ਵੈਸੇ ਪੁੱਛਿਆ ਕਿ ਇੱਥੇ ਨਸਲਵਾਦ ਦਾ ਕਿਸ ਤਰ੍ਹਾਂ ਦਾ ਤੁਹਾਡੇ ਲਈ ਰੁਝਾਨ ਆ। ਉਹ ਕਹਿੰਦੀ ਕਿ ਮੈਂ ਕਿਉਂਕਿ ਕਾਲੀ ਹਾਂ ਇਸ ਕਰਕੇ ਮੈਂ ਕਹਿ ਸਕਦੀ ਹਾਂ ਕਿ ਮੈਂ ਨਸਲਵਾਦ ਹੰਡਾਇਆ ਕਿਊਬਾ ਦੇ ਵਿੱਚ ਵੀ। ਕਹਿੰਦੇ ਕਿ ਜਿਹੜੇ ਬਾਕੀ ਮਿਲਣਗੇ ਉਹ ਨਹੀਂ, ਉਹ ਸਰਕਾਰ ਕਰਨਗੇ, ਉਹਨਾਂ ਨੇ ਨਹੀਂ ਹੰਡਾਇਆ, ਕਿਉਂਕਿ ਬਾਕੀ ਗੋਰੇ ਵੀ ਨੇ, ਮਿਕਸ ਰੇਸ ਵੀ ਨੇ। ਸੋ ਇਹ ਜਿਹੜੀਆਂ ਅਲਾਮਤਾਂ ਇਹ ਦੂਰ ਕਰਨਾ ਕਮਿਊਨਿਸਟਾਂ ਦੀ ਸਗੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਜੀ। ਸੋ ਇਹ ਕਈ ਚੀਜ਼ਾਂ ਹੁੰਦੀਆਂ ਨੇ ਸਮਾਜਿਕ ਲੈਵਲ 'ਤੇ ਸਾਨੂੰ ਕਰਨੀਆਂ ਪੈਣਗੀਆਂ। ਹੁਣ ਹੋ ਕੀ ਰਿਹਾ ਕਿ ਜਿਵੇਂ ਬੰਗਾਲ ਜਾਂ ਕੇਰਲ ਵਿੱਚ ਕਮਿਊਨਿਸਟਾਂ ਦਾ ਰਾਜ ਰਿਹਾ, ਜਾਂ ਕੇਰਲ 'ਚ ਤਾਂ ਅੱਜ ਵੀ ਹੈ, ਬਹੁਤ ਸਾਰੀਆਂ ਗੱਲਾਂ ਵਧੀਆ ਹੋਈਆਂ, ਪਰ ਉੱਥੇ ਵੀ ਜ਼ਾਤ ਪਾਤ ਦਾ ਕੋਡ ਜਾਰੀ ਹੈ ਜਿਹੜੀ ਉਸ ਤਰ੍ਹਾਂ ਦੇ ਭਿੰਨ ਭੇਦ ਜਿਹੜੇ ਸਮਾਜ ਦੇ ਤੌਰ 'ਤੇ, ਉਹ ਜਿਹੜੀ ਸਮਾਜਿਕ ਜ਼ਿੰਮੇਵਾਰੀ ਹੈ ਉਸ ਤੋਂ ਕਿਤੇ ਨਾ ਕਿਤੇ ਪਾਸਾ ਵਟਿਆ ਜਾ ਰਿਹਾ। ਉੱਪਰ ਪੇਤਲੇ ਤੌਰ 'ਤੇ ਆਪਣੀ ਵਿਚਾਰਧਾਰਾ ਲਾਗੂ ਕੀਤੀ ਜਾ ਰਹੀ ਹੈ, ਉੱਥੇ ਮੈਂ ਸਮਝਦਾ ਕੰਟਰਡਿਕਸ਼ਨ ਹੈ। ਗੁਰਪ੍ਰੀਤ ਸਿੰਘ ਜੀ, ਜਿੰਨੇ ਵਿਸਥਾਰ 'ਚ ਮਾਰਕਸਵਾਦ ਬਨਾਮ ਫਾਸ਼ੀਵਾਦ, ਨਸਲਵਾਦ, ਧਰਮ, ਰਾਜਨੀਤੀ, ਇਹਨਾਂ ਪੱਖਾਂ ਦੀ ਗੱਲਬਾਤ ਹੋਈ ਹੈ, ਬੜੀ ਦਿਲਚਸਪ, ਰੌਚਕ, ਅਤੇ ਤੁਹਾਡਾ ਚੈਨਲ ਪੰਜਾਬੀ ਦੇ ਪੱਖੋਂ ਅਸੀਂ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸਮੂਹ ਦਰਸ਼ਕਾਂ ਦਾ ਧੰਨਵਾਦ। ਦੇਖੋ, ਕਾਰਲ ਮਾਰਕਸ ਤੋਂ ਸਫ਼ਰ ਜਿਹੜਾ ਉਹਨਾਂ ਦਾ ਰਿਹਾ, ਰਾਜਨੀਤਿਕ ਤੌਰ ਦਾ, ਸਮਾਜ ਚਿੰਤਕ, ਬੁੱਧੀਜੀਵੀ, ਆਰਥਿਕ, ਹਰ ਖੇਤਰ, ਦੁਨੀਆ ਦੇ ਹਰੇਕ ਖੇਤਰ ਦੇ ਵਿੱਚ ਉਹਨਾਂ ਦਾ ਯੋਗਦਾਨ ਸੀ। ਇਹ ਕਹਿ ਦੇਣਾ ਕਿ ਮਾਰਕਸਵਾਦ ਦਾ ਨਾਂ ਲੈਂਦੇ ਸਾਰੀ ਵੀ ਅਸੀਂ ਭਿੱਟ ਜਾਵਾਂਗੇ, ਕਾਰਲ ਮਾਰਕਸ ਦੀ ਗੱਲ ਨਹੀਂ ਕਰਨੀ, ਇਹ ਵੀ ਓਨੀ ਹੀ ਮੂਰਖਤਾ ਹੈ ਜਿੰਨੀ ਮੂਰਖਤਾ ਇਸ ਗੱਲ ਦੇ ਵਿੱਚ ਹੈ ਕਿ ਕਾਰਲ ਮਾਰਕਸ ਦਾ ਨਾਂ ਲੈਂਦੇ ਇਹ ਕਹਿ ਦੇਣਾ ਕਿ ਧਰਮ ਜਿਹੜਾ ਹੈ ਇਸ ਨੂੰ ਰੱਦੀ ਦੇ ਟੋਕਰੇ 'ਚ ਸੁੱਟ ਦਿਓ, ਇਹ ਨਫ਼ਰਤ ਦਾ ਵਾਇਜ਼ ਹੈ। ਜਿਸ ਕਿਸਮ ਦੀ ਅਸੀਂ ਸੋਚ, ਜਿਨ੍ਹਾਂ ਦੀ ਆਪਣੀ ਵਿਰਾਸਤ ਦੀ ਸੋਚ ਲੈ ਕੇ ਜਾ ਰਹੇ ਹਾਂ, ਉਹ ਮਾਰਕਸਵਾਦ ਤੋਂ ਸਦੀਆਂ ਪਹਿਲਾਂ ਸੀ, ਅਤੇ ਉਸ ਤੋਂ ਮਾਰਕਸਵਾਦ ਬਾਹਰ ਨਹੀਂ ਹੋ ਸਕਦਾ।
ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਅਖੀਰ 'ਚ ਗੱਲ ਸਮੇਟਾਂਗਾ, ਜਿਹੜਾ ਕਿ ਇਸ ਗੱਲ ਨੂੰ ਵੀ ਸਮਰਪਿਤ ਨੇ ਤੇ ਉਹਨਾਂ ਮਹਾਨ ਸਾਡੇ ਗੁਰੂਆਂ ਨੂੰ ਸਮਰਪਿਤ ਹੈ। ਦੇ ਕੇ ਫੀਮ ਸੰਵਾਰ ਰਹੇ ਜੋ ਨੇ ਨੀਮ ਹਕੀਮ, ਦੇ ਕੇ ਫੀਮ ਸੰਵਾਰ ਰਹੇ ਜੋ ਨੇ ਨੀਮ ਹਕੀਮ, ਨੀਂਦੋਂ ਜੱਗ ਜਗਾ ਲਿਆ ਸੋਚ ਉਹ ਕਿਵੇਂ ਅਫੀਮ, ਨੀਂਦੋਂ ਜੱਗ ਜਗਾ ਲਿਆ ਸੋਚ ਉਹ ਕਿਵੇਂ ਅਫੀਮ। ਉਹ ਸੋਚ ਅਫੀਮ ਨਹੀਂ ਹੋ ਸਕਦੀ ਜਿਸ ਦੇ ਅਸੀਂ ਪਾਂਧੀ ਹਾਂ। ਤੁਹਾਡਾ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।